ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਸ਼ਹਿਰ ਤਰਨਤਾਰਨ ਦੇ ਬੱਸ ਸਟੈਂਡ ਦੇ ਨੇੜੇ ਇੱਕ ਛੋਟਾ ਜਿਹਾ ਹਸਪੀਟਲ ਪੈਂਦਾ, ਸਿਟੀ ਹਸਪੀਟਲ, ਉੱਥੇ ਪਹੁੰਚਿਆ। ਸੰਗਤ ਜੀ, ਆਪ ਜੀ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹ ਉੱਦਮ ਉਪਰਾਲਾ ਰਿਹਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉੱਥੋਂ ਤੱਕ ਪਹੁੰਚ ਕਰਕੇ ਤੇ ਉਹਦੀ ਸਹਾਇਤਾ ਕੀਤੀ ਜਾਂਦੀ ਹੈ। ਸੋ ਅੱਜ ਅਸੀਂ ਸਿਟੀ ਹਸਪੀਟਲ ਪਹੁੰਚਿਆ। ਇੱਥੇ ਐਮਰਜੈਂਸੀ ਕੇਸ ਸੀ ਕਿ ਮਾਤਾ ਗੁਰਮੇਜ ਕੌਰ ਜੀ ਕਾਫੀ ਦਿੱਕਤ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। ਪਰਿਵਾਰ ਦੀ ਜਿੰਨੀ ਸਮਰੱਥਾ ਸੀ ਉਸ ਹਿਸਾਬ ਨਾਲ ਮਾਤਾ ਜੀ ਉਹਨਾਂ ਦਾ ਕਾਫੀ ਟਰੀਟਮੈਂਟ ਕਰਵਾਇਆ। ਰਾਤੀ ਕਾਫੀ ਜਿਹੜੀ ਸੀ ਇਹਨਾਂ ਦੀ ਹਾਲਾਤ ਖਰਾਬ ਸੀ, ਜਿਹਦੇ ਕਰਕੇ ਐਮਰਜੈਂਸੀ ਇਹਨਾਂ ਨੂੰ ਸਿਟੀ ਹਸਪੀਟਲ ਜਿਹੜਾ ਸੀ ਉਹ ਐਡਮਿਟ ਕਰਵਾਇਆ ਗਿਆ। ਅਤੇ ਹੁਣ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅਸੀਂ ਇੱਥੇ ਪਹੁੰਚੇ ਹਾਂ। ਇੱਥੇ ਪਰਿਵਾਰਕ ਮੈਂਬਰ ਵੀ ਸਾਡੇ ਕੋਲ ਮੌਜੂਦ ਨੇ। ਆਓ ਇਹਨਾਂ ਦੀ ਵੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਉਂਦੇ ਹਾਂ ਕਿ ਅਸਲ ਦੇ ਵਿੱਚ ਦਿੱਕਤ ਕੀ ਆ ਰਹੀ ਹੈ ਮਾਤਾ ਜੀ ਉਹਨਾਂ ਨੂੰ। ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ, ਪਿੰਡ ਸ਼ਿੰਗਾਰਪੁਰ, ਜ਼ਿਲ੍ਹਾ ਤਰਨਤਾਰਨ ਤੋਂ। ਮੈਂ ਪ੍ਰਚਾਰਕ ਸਿੰਘ ਹਾਂ, ਗ੍ਰੰਥੀ ਸਿੰਘ ਦੀ ਡਿਊਟੀ ਕਰਦਾ। ਇਹ ਮੇਰੇ ਮਾਤਾ ਜੀ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਹਾਰਟ ਪ੍ਰੋਬਲਮ ਹੈ। ਅੱਜ ਤੋਂ 10 ਕੁ ਦਿਨ ਪਹਿਲਾਂ ਵੀ ਇਹਨਾਂ ਨੂੰ ਪ੍ਰੋਬਲਮ ਆਈ ਸੀ, BP ਜ਼ਿਆਦਾ ਹਾਈ ਹੋ ਗਿਆ ਸੀ। ਐਮਰਜੈਂਸੀ ਅਸੀਂ ਹਸਪੀਟਲ ਐਡਮਿਟ ਕਰਵਾਇਆ ਸੀ, ਫਿਰ ਛੁੱਟੀ ਮਿਲ ਗਈ ਸੀ। ਕੱਲ੍ਹ ਅਚਾਨਕ ਇਹਨਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਲੋਅ ਹੋਣ ਕਰਕੇ ਇਹਨਾਂ ਨੂੰ ਐਮਰਜੈਂਸੀ ਐਡਮਿਟ ਕਰਵਾਉਣਾ ਪਿਆ। ਇੱਥੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਸੀ ਵੀ ਇਹਨਾਂ ਨੂੰ ਮੇਜਰ ਅਟੈਕ ਆਇਆ ਔਰ ਇਹਨਾਂ ਨੂੰ ਕਿਸੇ ਚੰਗੇ ਜਿੱਥੇ ਪੂਰੀਆਂ ਫੈਸਿਲਿਟੀਜ਼ ਹੋਣ ਉਸ ਹਸਪੀਟਲ ਦੇ ਵਿੱਚ ਲਿਜਾਣ ਦੀ ਲੋੜ ਹੈ। ਸੋ ਮੈਂ ਰਿਕੁਐਸਟ ਕੀਤੀ ਆਪ ਜੀ ਨੂੰ, ਮੈਂ ਧੰਨਵਾਦ ਕਰਦਾ ਤੁਸੀਂ ਇੱਥੇ ਪਹੁੰਚੇ ਹੋ। ਅਸੀਂ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ, ਜਿੱਥੇ ਕਿ ਸਾਰੀਆਂ ਹੀ ਸਹੂਲਤਾਂ ਨੇ ਸੰਗਤ ਏਡ ਦੀ ਮਦਦ ਦੇ ਨਾਲ, ਉੱਥੋਂ ਮਾਤਾ ਜੀ ਦਾ ਟਰੀਟਮੈਂਟ ਕਰਵਾਉਣਾ ਚਾਹੁੰਦੇ ਹਾਂ ਜੀ। ਐਮਰਜੈਂਸੀ ਮੈਡੀਕਲ ਏਡ ਵਾਸਤੇ ਇਹਨਾਂ ਨੂੰ ਇੱਥੇ ਲੈ ਕੇ ਆਏ ਸੀਗੇ ਅਤੇ ਉਸ ਤੋਂ ਬਾਅਦ ਫਿਰ ਰਾਤ ਥੋੜ੍ਹਾ ਐਮਰਜੈਂਸੀ ਦੇ ਵਿੱਚ ICU ਦੇ ਵਿੱਚ ਮਾਤਾ ਜੀ ਨੂੰ ਰੱਖਿਆ ਗਿਆ ਸੀ। ਸੋ ਸੰਗਤ ਜੀ, ਗੱਲ ਕੀਤੀ ਜਾਵੇ ਅਤੇ ਇੱਥੇ ਪਰਪਸ ਜਿਹੜਾ ਮੇਨ ਇਹੀ ਸੀ ਕਿ ਜਿੰਨੀ ਕੁ ਪਰਿਵਾਰ ਦੇ ਕੋਲ ਪਹੁੰਚ ਸੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਇੱਥੇ ਐਡਮਿਟ ਕਰਵਾਇਆ। ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਮਾਪਿਆਂ ਦੀ ਲੋੜ ਤਾਂ ਸਦਾ ਹੀ ਬੰਦੇ ਨੂੰ ਰਹਿੰਦੀ ਹੈ ਅਤੇ ਇਸ ਕਰਕੇ ਭਾਈ ਸਾਹਿਬ ਜੀ ਵੀ ਇਹੀ ਬੇਨਤੀ ਕਰਦੇ ਨੇ ਕਿ ਇਹਨਾਂ ਦੇ ਮਾਤਾ ਜੀ ਉਹਨਾਂ ਦਾ ਚੰਗਾ ਟਰੀਟਮੈਂਟ ਹੋ ਸਕੇ ਤਾਂ ਜੋ ਇਹ ਜਿਹੜੀ ਰਹਿੰਦੀ ਜ਼ਿੰਦਗੀ ਉਹ ਚੰਗੀ ਤਰ੍ਹਾਂ ਬਤੀਤ ਕਰ ਸਕਣ। ਸੋ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੁਣ ਅਸੀਂ ਮਾਤਾ ਜੀ ਹੁਣਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਲੈ ਕੇ ਜਾ ਰਹੇ ਹਾਂ, ਜਿੱਥੇ ਕਿ ਪੂਰਾ ਪ੍ਰਬੰਧ ਹੈ ਅਤੇ ਮਾਤਾ ਜੀ ਹੁਣਾਂ ਦਾ ਹੁਣ ਟਰੀਟਮੈਂਟ ਜਿਹੜਾ ਵਾ ਉੱਥੇ ਹੀ ਜਿਹੜਾ ਸ਼ੁਰੂ ਹੋਵੇਗਾ। ਸੋ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਇਸ ਪਰਿਵਾਰ ਦਾ ਸਹਿਯੋਗ ਕਰੋ ਅਤੇ ਤਾਂ ਜੋ ਮਾਤਾ ਜੀ ਹੁਣੀ ਪ੍ਰੋਪਰ ਤੌਰ 'ਤੇ ਠੀਕ ਹੋ ਸਕਣ। ਅਤੇ ਆਓ ਸੰਗਤ ਜੀ, ਹੁਣ ਅਸੀਂ ਚੱਲਦੇ ਹਾਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ। भाई लाओ मॉनिटर वाइटल करिए, जैसे वाइटल कर लो। ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਮਾਤਾ ਜੀ ਹੁਣਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਟਰੀਟਮੈਂਟ ਜਿਹੜਾ ਵਾ ਉਹਨਾਂ ਦਾ ਸ਼ੁਰੂ ਹੋ ਗਿਆ। ਇੱਥੇ ਸਾਡੇ ਕੋਲ ਡਾਕਟਰ ਸਾਹਿਬ ਨੇ ਅਤੇ ਇਹਨਾਂ ਨਾਲ ਵੀ ਆਪ ਜੀ ਦੀ ਸਾਂਝ ਪਾਉਂਦੇ, ਕਿਉਂਕਿ ਸੰਗਤ ਜੀ ਇਹੀ ਦੱਸ ਸਕਦੇ ਨੇ ਅਸਲ ਦੇ ਵਿੱਚ ਇਹਨਾਂ ਨੂੰ ਦਿੱਕਤ ਕੀ ਆ ਰਹੀ ਹੈ, ਤੁਹਾਨੂੰ ਟਰੀਟਮੈਂਟ ਕੀ ਚੱਲਿਆ। ਡਾਕਟਰ ਸਾਹਿਬ, ਮੈਂ ਚਾਹੁੰਦਾ ਜ਼ਰੂਰ ਆਪ ਸੰਗਤ ਨਾਲ ਜਾਣਕਾਰੀ
ਥੋੜ੍ਹੀ ਜਿਹੀ ਸਾਂਝੀ ਕਰੋ ਕਿ ਮਾਤਾ ਜੀ ਉਹਨਾਂ ਨੂੰ ਅਸਲ ਦੇ ਵਿੱਚ ਪ੍ਰੋਬਲਮ ਕੀ ਹੈ ਅਤੇ ਹੁਣ ਕੀ ਟਰੀਟਮੈਂਟ ਆਪਣੇ ਵੱਲੋਂ ਜਿਹੜਾ ਵਾ ਸ਼ੁਰੂ ਹੋ ਰਿਹਾ? ਮਾਤਾ ਜੀ ਸਾਡੇ ਕੋਲ ਇੱਥੇ ਹਾਰਟ ਦੀ ਮੁਸ਼ਕਲ ਦੇ ਨਾਲ ਆਏ ਆ। ਮਾਤਾ ਜੀ ਜਿਹੜੀ ਦਿਲ ਦੀ ਧੜਕਣ ਹੈ ਬਹੁਤ ਘੱਟ ਹੈਗੀ ਆ, ਇਸ ਕਰਕੇ ਸਾਨੂੰ ਮਸ਼ੀਨੀ ਰਾਹੀਂ ਟੀਕੇ ਚਲਾ ਕੇ ਅਤੇ ਦਿਲ ਦੀ ਧੜਕਣ ਜਿਹੜੀ ਹੈਗੀ ਆ ਨੋਰਮਲ ਕਰਨੀ ਪਏਗੀ। ਮਾਤਾ ਜੀ ਦੀ ਫਿਲਹਾਲ 2-3 ਟੈਸਟ ਹੋਣਗੇ, ਈਕੋਕਾਰਡੀਓਗ੍ਰਾਫੀ ਹੋਏਗੀ ਅਤੇ ਮਾਤਾ ਜੀ ਨੂੰ ICU 'ਚ ਰੱਖਣ ਦੀ ਲੋੜ ਵੀ ਪੈਣੀ ਆ ਥੋੜ੍ਹੀ ਦੇਰ ਲਈ, ਠੀਕ ਹੈ ਨਾ। ਅਤੇ ਬਾਕੀ ਜੋ ਹਾਰਟ ਵਾਲੇ ਡਾਕਟਰ ਸਾਹਿਬ ਟਰੀਟਮੈਂਟ ਸ਼ੁਰੂ ਕਰਨਗੇ ਉਹ ਚੱਲੇਗਾ। ਹਾਂ, ਫਿਲਹਾਲ ਮਾਤਾ ਜੀ ਨੂੰ ICU ਕੇਅਰ ਦੀ ਲੋੜ ਹੈਗੀ ਆ। ਕਿੰਨੇ ਦਿਨ ICU 'ਚ ਰਹਿੰਦੇ ਆ ਉਹ ਡਿਪੈਂਡ ਕਰਦਾ ਇਹਨਾਂ ਦੇ ਹਾਲਤ ਕਿੰਨੀ ਛੇਤੀ ਸੁਧਰਦੀ ਆ, ਠੀਕ ਹੈ ਨਾ। ਜਿਹਦਾ ਦਵਾਈਆਂ ਇਹਨਾਂ ਦਾ ਟਰੀਟਮੈਂਟ ਦੇ ਨਾਲ ਇਹਨਾਂ ਨੂੰ ਫਰਕ ਪੈ ਜਾਂਦਾ, ਫਿਰ ਆਪਾਂ ਜਲਦੀ ਤੋਂ ਜਲਦੀ ਇਹਨਾਂ ਨੂੰ ਰੂਮ ਸ਼ਿਫਟ ਕਰਕੇ ਤੇ ਛੁੱਟੀ ਦੇ ਦਾਂਗੇ। ਸੋ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਪਹਿਲਾਂ ਤਾਂ ਕੁਛ ਟੈਸਟ ਹੀ ਹੋਣਗੇ, ਟੈਸਟਾਂ ਤੋਂ ਬਾਅਦ ਜਿਹੜੀ ਉਹ ਸਾਰੀ ਗੱਲ ਜਿਹੜੀ ਸਾਫ਼ ਨਜ਼ਰ ਆਵੇਗੀ। ਜੇ ਟੈਸਟ ਥੋੜ੍ਹੇ ਠੀਕ ਆਏ ਤਾਂ ਉਹ ਮੈਡੀਸਨ ਤੋਂ ਬਾਅਦ ਇਹਨਾਂ ਨੂੰ ਛੁੱਟੀ ਮਿਲ ਜਾਵੇਗੀ। ਅਗਲੀ ਕਾਰਵਾਈ ਡਾਕਟਰ ਫਰਿਆਜ਼ ਹੀ ਦੱਸਣ, ਕਿਉਂਕਿ ਉਹੀ ਜਿਹੜੇ ਹਾਰਟ ਦੇ ਸਪੈਸ਼ਲਿਸਟ ਨੇ। ਜੀ ਮੈਂ ਬਹੁਤ ਧੰਨਵਾਦ ਕਰਦਾ ਸੰਗਤ ਏਡ ਦਾ, ਜੋ ਸਾਡੀ ਬੇਨਤੀ 'ਤੇ ਮਾਤਾ ਜੀ ਨੂੰ ਇੱਥੇ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ। ਐਮਰਜੈਂਸੀ ਦੇ ਵਿੱਚ ICU ਦੇ ਵਿੱਚ ਸਾਡੇ ਮਦਰ ਨੂੰ ਐਡਮਿਟ ਕੀਤਾ ਗਿਆ ਹੈ ਔਰ ਉਹਨਾਂ ਦਾ ਟਰੀਟਮੈਂਟ ਸ਼ੁਰੂ ਹੋ ਗਿਆ। ਅਤੇ ਮੈਂ ਸੰਗਤ ਦੇ ਚਰਨਾਂ 'ਚ ਬਸ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਜਿੰਨਾ ਹੋ ਸਕਦਾ ਤੁਸੀਂ ਸਹਿਯੋਗ ਦਿਓ, ਤਾਂ ਕਿ ਅਸੀਂ ਮਾਂ ਐਸਾ ਲਫ਼ਜ਼ ਹੈ, ਮਾਂ ਦੀ ਹਰ ਇੱਕ ਨੂੰ ਜ਼ਰੂਰਤ ਹੈ, ਪਰ ਮਾਂ ਦਾ ਦੇਣ ਅਸੀਂ ਨਹੀਂ ਦੇ ਸਕਦੇ। ਅਤੇ ਮੈਂ ਧੰਨਵਾਦ ਕਰਦਾ ਜੀ ਬਹੁਤ ਬਹੁਤ ਸੰਗਤ। ਜੀ ਭਾਈ ਸਾਹਿਬ ਹੋਣਾ ਨੇ ਵੀ ਆਪਣੇ ਦਿਲ ਦੀ ਜਿਹੜੀ ਭਾਵਨਾ ਹੈ ਉਹ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਦੂਸਰੀ ਗੱਲ ਡਾਕਟਰ ਸਾਹਿਬ ਹੋਣਾ ਨੇ ਜਿਹੜੀ ਸੰਗਤ ਜੀ ਕਹੀਏ ਕਿ 4000 ਰੁਪਏ ਦਾ ਟੈਸਟ, ਉਹਦੇ ਤੋਂ ਬਾਅਦ ਜਿਹੜਾ ICU ਦੇ ਵਿੱਚ ਡਾਕਟਰ ਸਾਹਿਬ ਹੋਣਾ ਦੇ ਕਹਿਣ ਦੇ ਮੁਤਾਬਕ ਜੇ ਟੈਸਟ ਸਹੀ ਆਉਂਦੇ ਨੇ ਮੈਡੀਸਨ, ਉਹਦੇ ਤੋਂ ਅਗਾਂਹ ਜੇ ਗੱਲ ਤੁਰਦੀ ਹੈ ਜੇ ਸਟੰਟ ਦੇ ਸਾਹ ਸੰਗਤ ਜੀ ਆਪ ਸਭ ਸੰਗਤਾਂ ਨੂੰ ਪਤਾ ਕਿ ਜਿਹੜੇ ਸਟੰਟ ਉਹ ਕਿੰਨੇ ਕੋਸਟਲੀ ਕਿੰਨੇ ਮਹਿੰਗੇ ਹੁੰਦੇ ਨੇ, ਲੱਖਾਂ ਦੇ ਹਿਸਾਬ ਦੇ ਨਾਲ ਜਿਹੜਾ ਖਰਚਾ ਆਉਣਾ ਹੈ। ਉਸ ਤੋਂ ਬਾਅਦ ਜੇ ਆਪਾਂ ICU ਦੇ ਖਰਚੇ ਦੀ ਗੱਲ ਕਰੀਏ ਤਾਂ ਇੱਕ ਦਿਨ ਦਾ ਜਿਹੜਾ ICU ਦਾ ਜਿਹੜਾ ਖਰਚਾ ਉਹ 20000 ਰੁਪਇਆ ਆ ਜਾਂਦਾ ਹੈ। ਸੋ ਇਸ ਕਰਕੇ ਸੰਗਤ ਜੀ ਜਿਹੜਾ ਖਰਚਾ ਹੈ ਬਹੁਤ ਵੱਡਾ ਹੈ। ਜੇ ਪਰਿਵਾਰ ਦੀ ਨਹੀਂ ਸਮਰੱਥਾ ਹੁੰਦੀ ਤਾਂ ਪਰਿਵਾਰ ਲੰਮੇ ਸਮੇਂ ਤੋਂ ਮਾਤਾ ਜੀ ਹੁਣੀ ਇਸ ਦਿੱਕਤ ਦੇ ਵਿੱਚੋਂ ਗੁਜ਼ਰ ਰਹੇ ਨੇ, ਉਹ ਆਪਣੇ ਤੌਰ 'ਤੇ ਟਰੀਟਮੈਂਟ ਜਿਹੜਾ ਸੀ ਉਹ ਕਰਵਾ ਸਕਦੇ ਨੇ, ਪਰ ਆਪ ਸਭ ਸੰਗਤਾਂ ਦਾ ਉਹਨਾਂ ਨੇ ਜਿਹੜਾ ਵਾ ਉਹ ਹੁੰਗਾਰਾ ਮੰਗਿਆ ਹੈ, ਆਪ ਸਭ ਸੰਗਤਾਂ ਦਾ ਸਾਥ ਮੰਗਿਆ ਹੈ। ਪਰ ਜਦੋਂ ਸੰਗਤ ਉਸ ਦੇ ਨਾਲ ਆਣ ਕੇ ਖੜੀ ਹੋ ਜਾਂਦੀ ਹੈ ਜਾਂ ਗੁਰੂ ਆਣ ਕੇ ਉਹਦੇ ਨਾਲ ਖਲੋ ਜਾਂਦਾ ਹੈ, ਅਤੇ ਫਿਰ ਉਹੀ ਇਨਸਾਨ ਜਿਹੜਾ ਉਹ ਕੀਮਤਾਂ ਦੇ ਵਿੱਚ ਆ ਜਾਂਦਾ ਹੈ। ਸੋ ਇਸ ਕਰਕੇ ਸੰਗਤ ਜੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਪੂਰੇ ਪਰਿਵਾਰ ਵੱਲੋਂ ਅਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਪੱਲਾ ਅੱਡ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਸਿਧਾਂਤ ਬਖਸ਼ਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉਸ ਨੂੰ ਪ੍ਰਤੱਖ ਤੌਰ 'ਤੇ ਆਪਾਂ ਇੱਥੇ ਲਾਗੂ ਕਰ ਸਕਦੇ ਹਾਂ। ਜੇ ਆਪ ਸਭ ਸੰਗਤਾਂ ਦਾ ਸਹਿਯੋਗ ਮਿਲ ਜਾਵੇ, ਇੱਕ ਪਰਿਵਾਰ ਨੂੰ ਉਹਨਾਂ ਦਾ ਮੈਂਬਰ ਮਿਲ ਜਾਵੇਗਾ ਬਜ਼ੁਰਗ। ਸੋ ਇਸ ਕਰਕੇ ਸੰਗਤ ਜੀ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਬਹੁਤ ਹੀ ਜ਼ਿਆਦਾ ਖਰਚੇ ਵਾਲੀ ਹੈ। ਇਸ ਕਰਕੇ ਆਪ ਦਾ ਹੀ ਹੁਣ ਵੱਧ ਤੋਂ ਵੱਧ ਜਿਹੜਾ ਵਾ ਸਾਥ ਚਾਹੀਦਾ। धड़कन हो गई, दर्द तो नहीं हुआ? दर्द भी हुआ है ना, सांस भी खुला, ਸਾਹ ਫੁੱਲਦਾ ਸੀ, ਸਾਹ ਫੁੱਲਦਾ ਸੀ। ਸਾਹ ਲਓ। ऐसा लग रहा है कल से BP कम रहा है, इसकी वजह से ना किडनी का डैमेज हो चुका है। अब क्या खदशा है कि अगर हम इस वक्त इसका एंजियो करेंगे जो उसको लोड है तो किडनी का डैमेज बढ़ सकता है। ਸੋ ਸੰਗਤ ਜੀ ਐਮਰਜੈਂਸੀ ਤੋਂ ਬਾਅਦ ਉਹਨਾਂ ਨੂੰ ICU ਦੇ ਵਿੱਚ ਜਿਹੜਾ ਵਾ ਹੁਣ ਲੈ ਆਂਦਾ ਗਿਆ। ਇੱਥੇ ਡਾਕਟਰ ਸਾਹਿਬ ਜਿਹੜੇ ਨੇ ਹਾਰਟ ਦੇ ਸਪੈਸ਼ਲਿਸਟ ਨੇ, ਡਾਕਟਰ ਫਿਆਜ਼ ਅਹਿਮਦ
ਤੇ ਆਓ ਆਪ ਸਭ ਸੰਗਤਾਂ ਦੀ ਉਹਨਾਂ ਦੇ ਨਾਲ ਵੀ ਸਾਂਝ ਪਾਉਂਦੇ, ਕਿਉਂਕਿ ਅਸਲ ਵਿੱਚ ਜਿਹੜਾ ਟ੍ਰੀਟਮੈਂਟ ਜਿਹੜਾ ਕਰਨਾ ਹੈ ਉਹ ਡਾਕਟਰ ਸਾਹਿਬ ਉਹਨਾਂ ਨੇ ਹੀ ਕਰਨਾ ਨੇ। ਡਾਕਟਰ ਸਾਹਿਬ, ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਮਾਤਾ ਜੀ ਉਹਨਾਂ ਨੂੰ ਐਡਮਿਟ ਕਰਵਾਇਆ। ਮੈਂ ਚਾਹੁੰਦਾ ਆਪ ਹਾਰਟ ਦੇ ਸਪੈਸ਼ਲਿਸਟ ਦੇ ਜ਼ਰੂਰ ਸੰਗਤਾਂ ਨਾਲ ਥੋੜੀ ਜਿਹੀ ਸਾਂਝ ਪਾਓ ਕਿ ਮਾਤਾ ਜੀ ਉਹਨਾਂ ਨੂੰ प्रॉब्लम की आई है, ट्रीटमेंट की ਇਹਦਾ ਚੱਲੇਗਾ। माँ जी जो अभी इमरजेंसी में आई है, इनको हार्ट अटैक हुआ है और जिसकी वजह से इसका ब्लड प्रेशर भी बहुत कट गया है और किडनी में भी बड़ी सी चोट आई है। तो इसका हमने इलाज शुरू कर दिया है, ब्लड प्रेशर थोड़ा बेहतर हो रहा है और जो ऑक्सीजन की लोड भी अब कट गई है, पहले बहुत ज़्यादा लोड थी जब इमरजेंसी में थी। और इसका आगे का प्लान ये होगा कि एक तो इसको हार्ट की जो नाड़ियाँ है और हार्ट फेल की उसकी दवाई चल रही है, डॉक्टर साहब ने पहले ही स्टार्ट की थी। और आगे इसका ये प्लान होगा कि इसका हम एक हार्ट का अल्ट्रासाउंड जिसको हम इकोकार्डियोग्राफी करेंगे, उससे देखेंगे हार्ट कितना काम कर रहा है, नाड़ियों की कोई तकलीफ का या कोई वैल्यू का लीक वो देख लेंगे। और उसके बाद इसका एंजियोग्राफी करने का हमें प्लान है। एंजियोग्राफी इसका हम आज भी कर देंगे, लेकिन अभी थोड़ी सी किडनी की जो चोट आई है और माँ जी भी अब थोड़ी बेहतर हो रही है और दर्द भी नहीं है, इसलिए कल इसका किडनी का टेस्ट करके उम्मीद है कि वो थोड़ा बेहतर होके कल इसका एंजियोग्राफी करके नाड़ियों का पूरा देख लेंगे। नाड़ी में ब्लॉक अगर हो तो फिर अगर लोड पड़ी तो इसको स्टंट पाएंगे। ਡਾਕਟਰ ਸਾਹਿਬ, ਇੱਥੇ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ ਕਿ ਜੇ ਇਹ ਸਟੰਟ ਪੈਂਦਾ ਹੈ ਐਂਜੀਓਗ੍ਰਾਫੀ ਤੋਂ ਬਾਅਦ ਇਹਦਾ ਕਿੰਨਾ ਕੁ ਖਰਚਾ ਆਵੇਗਾ? एंजियोग्राफी का तो अलग से खर्चा है 10,500 के आसपास। और अगर एक स्टेंट पाया, एक स्टेंट की लोड पड़ी तो लगभग 1,20,000 का हो जाता है। और अगर 2 स्टेंट की लोड पड़ी तो 1,50,000 तक हो जाता है। और एक्स्ट्रा जितना भी एक्स्ट्रा स्टेंट पड़े तो 30,000 का एक्स्ट्रा लोड पड़ता है। मानो कि एक स्टेंट पाने के लिए 1,20,000 का खर्चा आ जाता है। तो डॉक्टर साहब, इतने ये भी गल मैं नाल काउंट करना है, कितने के दिन इनको यहाँ पर एडमिट आप रखेंगे? वो तो अगर पेशेंट हार्ट अटैक होके आया है और जल्दी ठीक हो गया है, उसको वेंटिलेटर की लोड नहीं पड़ गई, छाती में ज़्यादा पानी जमा नहीं हुआ, हार्ट फेल नहीं होगा, तो 3 दिन में तो हम पैकेज इसमें पूरी पैकेज आ जाता है। जैसे एक स्टेंट पा गया, पूरा 3 दिन का खर्चा, दवाई का खर्चा, आईसीयू का खर्चा 1,20,000 में ही हो जाता है। लेकिन अगर कोई पेशेंट जैसे माँ जी को ऑक्सीजन की लोड है, ब्लड प्रेशर कट गया है, ऐसे पेशेंट फिर ज़्यादा थोड़ा एक्स्ट्रा दिन भी लग सकते हैं, 5 दिन 6 दिन भी लग सकते हैं, जैसे फिर पेशेंट की तबीयत हो। लेकिन अगर पेशेंट बिल्कुल ठीक अटैक करके आया, स्टेंट एक पा गया, ठीक हो गया जल्दी, तो 3 दिन में वो डिस्चार्ज हो जाता है। ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ ਪਹੁੰਚੇ ਹਾਂ। ਪਿਛਲੇ ਦਿਨੀ ਆਪ ਸਭ ਸੰਗਤਾਂ ਦੇ ਨਾਲ ਇੱਕ ਐਮਰਜੈਂਸੀ ਕੇਸ ਆਇਆ ਸੀ। ਮਾਤਾ ਗੁਰਮੇਜ ਕੌਰ ਪਿੰਡ ਸ਼ਿੰਗਾਰਪੁਰ ਦੇ ਰਹਿਣ ਵਾਲੇ, ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਹਨਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਜਿਹੜਾ ਐਡਮਿਟ ਕਰਵਾ ਦਿੱਤਾ ਗਿਆ ਸੀ। ਤੇ ਇਸ ਵਕਤ ਅਸੀਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਮੈਡੀਕਲ ICU ਦੇ ਵਿੱਚ ਮੌਜੂਦ ਹਾਂ। ਤੇ ਆਓ ਸੰਗਤ ਜੀ, ਆਪ ਸਭ ਸੰਗਤਾਂ ਦੀ ਸਾਂਝ ਮਰੀਜ਼ ਨਾਲ ਵੀ ਪਾਉਣੇ ਤੇ ਡਾਕਟਰ ਸਾਹਿਬ ਹੁਣਾਂ ਨਾਲ ਵੀ, ਕਿਉਂਕਿ ਜਿਸ ਦਿਨ ਅਸੀਂ ਮਰੀਜ਼ ਨੂੰ ਲੈ ਕੇ ਆਏ ਸੀ ਸੰਗਤ ਜੀ, ਤੇ ਇਹਨਾਂ ਨੂੰ ਹਾਰਟ ਦੀ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਸੀ ਉਹ ਦੱਸੀ ਗਈ ਸੀ। ਇੱਕ ਸਾਇਲੈਂਟ ਅਟੈਕ ਆਇਆ ਸੀ ਇਹਨਾਂ ਨੂੰ, ਤੇ ਇਕੋ ਹੋਣ ਵਾਲੀ ਸੀ, ਤੇ ਇਕੋ ਜਿਹੜੀ ਇਹ ਮਾਤਾ ਜੀ ਉਹਨਾਂ ਦੀ ਹੋ ਗਈ ਹੈ। ਆਓ ਇਸ ਸਬੰਧ ਵਿੱਚ ਕਿ ਇਕੋ ਦੀ ਕੀ ਰਿਪੋਰਟ ਆਈ ਹੈ, ਡਾਕਟਰ ਫਰਿਆਦ ਅਹਿਮਦ ਭੱਟ ਜੋ ਕਿ ਹਾਰਟ ਦੇ ਕੀ ਨਜ਼ਰ ਦਾ ਸਪੈਸ਼ਲਿਸਟ ਨੇ, ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਰਿਪੋर्ट आई। इनके जो पहले वाले टेस्ट है जिसमें इको हुआ और बाकी खून के टेस्ट हुए हैं, तो खून के टेस्ट में पहले इनको थोड़ी सी किडनी की प्रॉब्लम आई है, जो कि लगती है कि जो शायद बहुत अरसे से है, ये नई नहीं है। हालांकि आज ज़्यादा बिगड़ गई है पहले से। तो पहले तो वो बात थी। और दूसरी, जब हमने इको किया तो वहाँ से देखा कि इसकी जो हार्ट की जो वैल्यू है, जो हार्ट से जो ब्लड बाहर निकलता है बाकी नाड़ियों में जाता है, पूरी बॉडी को सप्लाई होता है,
वो एक छेद से निकलता है, उसको आयोटिक वैल्यू कहते हैं, वो सिकुड़ गया है। उसकी सिकुड़ने की वजह से जो हार्ट थोड़ा सा मोटा भी हो चुका है। उसका जो इलाज तो ऑलरेडी दवाई ववाई बाकी सब चल रही है, तो हार्ट में बेहतरी आई है और थोड़ी धड़कन में भी तेज़ी थी तो उसमें भी थोड़ी सी बेहतरी है, उसके लिए दवाई चल रही है। और जो पहले ब्लड प्रेशर बहुत कट गया है, उसमें दवाई की लोड भी पड़ी थी, वो भी बेहतर हो गया है। माँ जी काफ़ी बेहतर हो गई है। लेकिन कुछ चीज़ें ऐसे हैं जो भी अभी भी ज़्यादा, मतलब जैसे किडनी की अभी भी तकलीफ़ है, और जो वैल्यू जो सिकुड़ गया है, बंद हुआ है, और उसमें भी तकलीफ़ है। और किडनी के लिए तो दवाई वगैरह चल रही है, देख लेते हैं कि कितना वो इम्प्रूव करेगा वक्त के साथ। और बाकी रहे हार्ट की जो प्रॉब्लम है, उसके लिए तो दो चीज़ें होती है, या तो नया वैल्यू डालना पड़ता है और ओपन हार्ट सर्जरी होती है और नया वैल्यू डालना पड़ता है, या दूसरी तरीके से भी होता है जो फिर वो रग से थ्रू ही एक वैल्यू जाता है जिसको टावी कहते हैं। फ़िलहाल तो माँ जी थोड़ी सी बेटर है और ऑक्सीजन भी मेंटेन कर रही है, बाकी चीज़ें भी मेंटेन कर रही हैं। तो अभी हमें उस पर दवाई पे छोड़ देते हैं। जो प्लान अर्ली था कि इसका एंजियोग्राफी करेंगे तो नाड़ी की जो नसें वगैरह है वो देख लेंगे, वो अभी फ़िलहाल अभी हमने स्थगित कर दिया है ताकि जो किडनी है वो किडनी थोड़ा बेहतर हो जाए। क्योंकि जो हम टेस्ट करते हैं एंजियोग्राफी, एंजियोप्लास्टी, उसमें जो दवाई लगती है वो नाड़ियों के लिए थोड़ी सी ठीक नहीं रहती है। तो इसलिए यही हुआ प्लान कि फ़िलहाल इसको दवाई पे छोड़ देते हैं, दवाई में बेहतरी देखते हैं। तो आगे जाके अगर किडनी में थोड़ी सी बेहतरी आई तो एंजियोग्राफी करके और फिर बाकी जो वैल्यू है उसके लिए हो सकता है कि उसको सर्जरी की, ओपन हार्ट सर्जरी की ही ज़रूरत पड़ेगी। चलिए कि 1-2 घंटे में ऑब्ज़र्व करके इसको स्टेप डाउन करते हैं। स्टेप डाउन हो गया, अगर इस वक्त आईसीयू में है तो एचडीयू में चली जाएगी और वहाँ से बेहतर होके फिर जनरल वार्ड में चली जाएगी। इसको स्टेप डाउन हम कहते हैं। ਤੇ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਇਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਆ, ਇਹ ਹੁਣ ਤੋਂ ਨਹੀਂ, ਕਾਫੀ ਲੰਮੇ ਸਮੇਂ ਤੋਂ ਹੈ। ਪਰ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਜਿਹੜੇ ਮਿਡਲ ਕਲਾਸ ਫੈਮਿਲੀ ਹੁੰਦੀ, ਮਸਾਂ ਉਹਨਾਂ ਦਾ ਆਪਣਾ ਹੀ ਹੁੰਦਾ ਹੈ ਕਿ ਆਪਣਾ ਪ੍ਰਸ਼ਾਦਾ ਪਾਣੀ ਚਲਾਉਣਾ। ਐਡੇ ਵੱਡੇ ਜਿਹੜੇ ਖਰਚੇ ਹੁੰਦੇ ਨੇ ਸੰਗਤ ਜੀ, ਉਹ ਜਦੋਂ ਇਹੋ ਜਿਹੀਆਂ ਵਿਪਤਾਵਾਂ ਪੈ ਜਾਂਦੀਆਂ ਨੇ ਉਹ ਬੜਾ ਔਖਾ ਹੁੰਦਾ ਹੈ। ਅਤੇ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੀ ਹਾਰਟ ਬੀਟ ਵੀ ਸੀ ਜਿਹੜੀ ਕੱਲ੍ਹ ਸੰਗਤ ਜੀ ਆਪ ਜੀ ਦੇਖ ਰਹੇ ਜੇ ਕਿ ਉੱਪਰ ਵਾਲੀ ਇਹ ਜਿਹੜੀ 112, ਪਰ ਕੱਲ੍ਹ ਜਿਹੜੀ ਸੀ ਹਾਰਟ ਬੀਟ ਉਹ 150 ਦੇ ਕਰੀਬ ਇਹਨਾਂ ਦੇ ਚਲੀ ਗਈ ਸੀ। ਬਹੁਤ ਦਿਲ ਦੀ ਧੜਕਣ ਤੇਜ਼ ਸੀ। ਸੋ ਇਸ ਕਰਕੇ ਹੁਣ ਸਿਹਤ ਦੇ ਵਿੱਚ ਕਾਫੀ ਸੁਧਾਰ ਹੈ। ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਮੈਡੀਸਨ ਦੇ ਨਾਲ ਹੀ ਇਹਨਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਹੁਣ? ਠੀਕ ਹੈ ਨਾਲ ਅੱਜ ਠੀਕ ਹੈ। ਗੱਲ ਹੀ ਮੰਦਾ ਖਾਂਸੀ ਆਉਣੀ, ਥੋੜ੍ਹੀ ਜਿਹੀ ਬੁਖਾਰ ਨਾਲ ਮੂੰਹ ਕੌੜਾ 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 ਮੂੰਹ, ਬੁਖਾਰ ਨਾਲ ਤੇ ਪਿਆਸ ਲੱਗੀ ਜਾਂਦੀ, ਪਾਣੀ ਪੀ ਜਾਂਦੀ। ਕੱਲ੍ਹ ਤਾਂ ਉਲਟੀ ਬੜੀ ਆਈ, ਨਾਲ ਪਾਣੀ ਪੀ ਜਾਂਦੀ, ਉਲਟੀ ਕਰੀ ਜਾਂਦੀ ਹੈ। ਧੜਕਣ ਜ਼ਿਆਦਾ ਵਧੀ ਸੀ, ਬੁਖਾਰ ਸੀ, ਖਾਂਸੀ। ਅੱਜ ਠੀਕ ਹੈ ਪੁੱਤ ਮੈਂ। ਹੋਰ ਕੋਈ ਮਾਤਾ ਜੀ ਕੋਈ ਰਹਿਣ ਦੀ, ਕੋਈ ਰੋਟੀ ਪਾਣੀ ਦੀ ਪ੍ਰੋਬਲਮ ਤਾਂ ਨਹੀਂ? ਹੋਰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਰੋਟੀ ਪਾਣੀ ਦੀ ਜਾਂ ਸੇਵਾ ਦੇ ਵਿੱਚ? ਖਾਂਸੀ ਆ ਮਾੜੀ, ਖਾਂਸੀ ਆਉਂਦੀ ਹੈ ਮਾੜੀ ਮਾੜੀ, ਰੇਸ਼ਾ ਜਿਹਾ ਹੁੰਦਾ, ਰੇਸ਼ਾ ਆਉਂਦਾ ਨਾ ਖਾਂਸੀ ਦੇ ਨਾਲ। ਤੇ ਬੁਖਾਰ ਨਾਲ ਮੂੰਹ ਕੌੜਾ ਕੌੜਾ ਜਾਪਦਾ, ਉਸ ਤਰ੍ਹਾਂ ਨਹੀਂ ਮੈਨੂੰ ਕੋਈ ਤਕਲੀਫ ਅੱਜ। ਕੱਲ੍ਹ ਤਾਂ ਬਹੁਤ ਸਿਰ ਵੀ ਫਾਟਾ, ਨਾਲ ਮੇਰਾ ਸਿਰ ਬੜਾ ਦਰਦ ਹੋਇਆ, ਬੁਖਾਰ ਨਾਲ ਧੜਕਣ ਜ਼ਿਆਦਾ ਰਹੀ, ਉਲਟੀ ਆਉਂਦੀ ਰਹੀ ਹੈ। ਅੱਜ ਠੀਕ ਹਾਂ ਮੈਂ। ਤੇਲੀ ਬੜੀ ਆਉਂਦੀ, ਮੁੜਕਾ ਆਣ ਕੇ ਭਿੱਜੀ ਜਾਂਦੀ ਹਾਂ ਤੇਲੀਆਂ ਨਾਲ। ਹੋਰ ਅੱਜ ਠੀਕ ਹਾਂ ਮੈਂ। ਮਾਤਾ ਜੀ, ਸੰਗਤਾਂ ਵੱਲੋਂ ਤੁਹਾਡਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਆਪਣਾ ਪਰਿਵਾਰ ਹੀ ਆ ਜਿਹੜਾ ਸਾਰਾ ਜਿਹੜਾ ਇਲਾਜ ਕਰਵਾਉਣ ਰਿਹਾ, ਕਿਉਂਕਿ ਸੰਗਤ ਵੀ ਪਰਿਵਾਰ, ਅਸਲ ਪਰਿਵਾਰ ਇਹੀ ਹੁੰਦਾ ਹੈ ਜਿਹੜਾ ਬੰਦੇ ਦੇ ਔਖੇ ਵੇਲੇ ਲਾਗੇ ਖੜ੍ਹਦਾ ਹੈ। ਸੰਗਤਾਂ ਨੂੰ ਕੁਛ ਬੇਨਤੀ ਕਰਨੀ ਚਾਹੁੰਦੇ ਹੋ? ਯਾਰ ਮਹਾਰਾਜ ਵੱਡੀਆਂ ਵੱਡੀਆਂ ਪ੍ਰਾਪਤ ਕਰੇ ਸਾਡੀਆਂ। ਮਹਾਰਾਜ ਨੇ ਮੇਰੀ ਜ਼ਿੰਦਗਾਨੀ ਬਖਸ਼ੀ ਹੈ। ਮੈਂ ਤਾਂ ਨਹੀਂ ਉਦਣ ਮੈਂ ਨਹੀਂ ਬਚਣਾ ਅੱਜ। ਜਿਹੜੀ ਮੇਰੀ ਹਾਲਤ ਹੋਈ, ਮੇਰੇ ਭੈਣ ਭਰਾ ਦਿਲ ਛੱਡ ਗਏ, ਧੀਆਂ ਪੁੱਤ ਦਿਲ ਛੱਡ ਗਏ। ਗੁਰਭੇਜ ਸਿੰਘ ਕੱਲ੍ਹ ਦਾ ਗਿਆ, ਆਇਆ ਨਹੀਂ ਮੁੜ ਕੇ, ਪਤਾ ਨਹੀਂ ਕਿਉਂ ਨਹੀਂ ਆਇਆ। ਹੁਣ ਮੈਨੂੰ ਛੁੱਟੀ ਦੇ ਦੇਣੀ ਤਾਂ ਕਾਹਦੇ 'ਤੇ ਜਾਊਂਗੀ ਮੈਂ। ਕੋਈ ਗੱਲ ਨਹੀਂ ਮਾਤਾ ਜੀ, ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ, ਪਰੇਸ਼ਾਨੀ ਨਹੀਂ ਲੈਣੀ। ਸੰਗਤਾਂ, ਅਸਲ ਪਰਿਵਾਰ ਆਪਣਾ ਇਹੀ ਆ ਜਿਹੜਾ ਔਖੇ ਵੇਲੇ ਆਣ ਕੇ ਨਾਲ ਖੜ੍ਹਦਾ ਏ। ਸੋ ਸੰਗਤਾਂ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਹੈ, ਕੋਈ ਗੱਲ ਨਹੀਂ, ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ। ਸਟਾਫ ਨੇ, ਨਰਸਾਂ ਨੇ ਬਹੁਤ ਤੁਹਾਡੀ ਸੇਵਾ ਕਰਦੇ ਨੇ, ਪ੍ਰਸ਼ਾਦਾ ਪਾਣੀ ਆਉਂਦਾ ਏ ਵਾਹਿਗੁਰੂ ਦੀ ਕਿਰਪਾ ਦੇ ਨਾਲ। ਅਤੇ
ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਜੀ ਛੇਤੀ ਤੋਂ ਛੇਤੀ ਮਾਤਾ ਜੀ ਹੁਣੀ ਜਿਹੜੇ ਨੇ ਉਹ ਕਿ ਤੰਦਰੁਸਤ ਹੋ ਕੇ ਆਪਣੇ ਘਰ ਜਾ ਸਕਦੇ ਨੇ। ਸੋ ਸੰਗਤ ਜੀ ਇੱਥੇ ਇੱਕ ਹੋਰ ਗੱਲ ਮੈਂ ਆਪ ਸਭ ਸੰਗਤਾਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਮਾਤਾ ਜੀ ਹੁਣਾਂ ਦੀ ਜਿਹੜੀ ਉਮਰ ਹੈ ਉਹ ਕਾਫੀ ਬਜ਼ੁਰਗ ਹੈ, ਕਾਫੀ ਵੱਡੀ ਹੈ। ਇਸ ਕਰਕੇ ਡਾਕਟਰ ਸਾਹਿਬ ਹੁਣਾਂ ਦੇ ਕਹਿਣ ਦੇ ਮੁਤਾਬਕ ਕਿ ਹਾਰਟ ਦੇ ਨਾਲ ਬਹੁਤੀ ਛੇੜਛਾੜ ਨਹੀਂ ਕਰ ਸਕਦੇ। ਇਸ ਕਰਕੇ ਡਾਕਟਰ ਸਾਹਿਬ ਹੁਣਾਂ ਦੇ ਕਹਿਣ ਦੇ ਮੁਤਾਬਕ ਕਿ ਸਭ ਤੋਂ ਪਹਿਲਾਂ ਜਿਹੜਾ ਸਟੈਪ ਉਹਨਾਂ ਨੇ ਚੁੱਕਿਆ ਉਹ ਇਹੀ ਚੁੱਕਿਆ ਕਿ ਮੈਡੀਸਨ ਦੇ ਨਾਲ ਜਿੱਥੋਂ ਤੱਕ ਹੋ ਸਕੇ ਮਾਤਾ ਜੀ ਹੁਣਾਂ ਦੇ ਨਾਲ ਕੀ ਗੱਲ ਇਹਦਾ ਮਾਤਾ ਜੀ ਹੁਣੀ ਠੀਕ ਹੋ ਜਾਣ। ਕਿਉਂਕਿ ਜਿਹੜੀ ਹਾਰਟ ਦੀ ਸਰਜਰੀ ਹੁੰਦੀ ਹੈ ਸੰਗਤ ਜੀ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਪ੍ਰੋਬਲਮ ਹੁੰਦੀ ਹੈ ਕਿ ਕਾਫੀ ਦਿੱਕਤਾਂ ਆਉਂਦੀਆਂ ਨੇ। ਇਸ ਕਰਕੇ ਡਾਕਟਰ ਸਾਹਿਬ ਉਹਨੂੰ ਬਹੁਤਾ ਤੇ ਅਵੋਇਡ ਹੀ ਕਰ ਰਹੇ ਨੇ ਕਿ ਮੈਡੀਸਨ ਦੇ ਨਾਲ ਹੀ ਮਾਤਾ ਜੀ ਹੁਣੀ ਜਿਹੜੇ ਨੇ ਉਹ ਠੀਕ ਹੋ ਜਾਣ। ਪਰ ਫਿਰ ਵੀ ਜੇ ਇਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਹੈ, ਕਿਡਨੀ ਦੀ ਜਿਹੜੀ ਪ੍ਰੋਬਲਮ ਡਾਕਟਰ ਸਾਹਿਬ ਹੁਣਾਂ ਨੇ ਦੱਸੀ ਉਹਦੇ ਵਿੱਚ ਵੀ ਥੋੜ੍ਹਾ ਫਰਕ ਪੈਂਦਾ, ਫਿਰ ਇਹਦੇ ਤੋਂ ਬਾਅਦ ਐਂਜੀਓਗ੍ਰਾਫੀ ਹੋ ਸਕਦੀ ਹੈ। ਸੰਗਤ ਜੀ ਇਹ ਸਾਰੇ ਹੀ ਕਾਰਜ ਜਿਹੜੇ ਨੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਹੋ ਰਹੇ ਨੇ। ਇਹ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਇੱਥੋਂ ਤੱਕ ਆਏ ਨੇ ਤੇ ਅਗਾਂਹ ਵੀ ਇਹ ਸੇਵਾ ਚੱਲਦੀ ਰਹੇਗੀ। ਡਾਕਟਰ ਸਾਹਿਬ ਹੁਣਾਂ ਨੇ ਇਹ ਨਿਰਣਾ ਲੈ ਲਿਆ ਕਿ ਮਾਤਾ ਜੀ ਦੀ ਹੁਣ ਜਿਹੜੀ ਹੈ ਕਿ ਸਿਹਤ ਦੇ ਵਿੱਚ ਕਾਫੀ ਜਿਹੜਾ ਵਾ ਉਹ ਸੁਧਾਰ ਹੈ। ਇਸ ਕਰਕੇ ਮਾਤਾ ਜੀ ਉਹਨਾਂ ਨੂੰ ਜਿਹੜੇ ਲੇਡੀਜ਼ ਵਾਰਡ, ਜਨਰਲ ਵਾਰਡ ਉਹਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਤੇ ਸੰਗਤ ਜੀ ਇਹ ਸਾਰਾ ਹੀ ਕਾਰਜ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਸਦਕਾ ਹੀ ਨੇਪਰੇ ਚੜ੍ਹਿਆ ਹੈ। ਕੱਲ੍ਹ ਦੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਗੱਲ ਕਰੀਏ, ਡਾਕਟਰ ਫਰਿਆਜ਼ ਅਹਿਮਦ ਬੱਟ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਇਹਨਾਂ ਨੂੰ ਕਿਡਨੀ ਦੀ ਵੀ ਪ੍ਰੋਬਲਮ ਆ, ਜਿਹਦੇ ਵਿੱਚ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਕੁਝ ਸੁਧਾਰ ਹੋਇਆ ਹੈ ਪਰ ਪ੍ਰੋਪਰ ਤੌਰ 'ਤੇ ਜਿੰਨਾ ਦੇਰ ਤੱਕ ਇਹਨਾਂ ਦੀ ਕਿਡਨੀ ਪੂਰੀ ਤਰ੍ਹਾਂ ਜਿਹੜੀ ਹੈ ਉਹ ਠੀਕ ਨਹੀਂ ਹੁੰਦੀ ਉਦੋਂ ਤੱਕ ਆਪਾਂ ਕੋਈ ਹੋਰ ਡਿਸੀਜਨ ਨਹੀਂ ਲੈ ਸਕਦੇ। ਜਿਵੇਂ ਹੀ ਮਾਤਾ ਜੀ ਹੁਣਾਂ ਦੀ ਜਿਹੜੀ ਕਿਡਨੀ ਦੀ ਪ੍ਰੋਬਲਮ ਆ ਉਹ ਨੋਰਮਲ ਆਵੇਗੀ ਉਹਦੇ ਤੋਂ ਬਾਅਦ ਹੀ ਡਾਕਟਰ ਸਾਹਿਬ ਹੁਣਾਂ ਨੇ ਕਿਹਾ ਸੀ ਕਿ ਐਂਜੀਓਗ੍ਰਾਫੀ ਦਾ ਜਿਹੜਾ ਵਾ ਉਹ ਕਰਨ ਦਾ ਨਿਰਣਾ ਲਿਆ ਜਾਵੇਗਾ। ਸੋ ਇਸ ਕਰਕੇ ਸੰਗਤ ਜੀ ਡਾਕਟਰ ਸਾਹਿਬ ਹੁਣਾਂ ਦੀ ਪਹਿਲੀ ਜਿਹੜੀ ਇਹ ਸੋਚ ਸੀ, ਜਿਹੜਾ ਉਹਨਾਂ ਦਾ ਪਹਿਲਾ ਫੈਸਲਾ ਸੀ ਉਹ ਇਹੋ ਸੀ ਕਿ ਜਿਹੜੀ ਹਾਰਟ ਦੀ ਜਿਹੜੀ ਸਰਜਰੀ ਹੁੰਦੀ ਹੈ ਉਹ ਕਾਫੀ ਜਿਹੜੀ ਹੈ ਕਿ ਪ੍ਰੋਬਲਮ ਕ੍ਰੀਏਟ ਕਰ ਦਿੰਦੀ ਹੈ ਜਾਂ ਬਹੁਤੀ ਸੌਖੀ ਨਹੀਂ ਹੁੰਦੀ। ਤੇ ਇਸ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਬਹੁਤੀ ਜਿਹੜੀ ਇਹਨਾਂ ਦਾ ਇਲਾਜ ਹੈ ਮਾਤਾ ਜੀ ਉਹਨਾਂ ਦਾ ਉਹ ਮੈਡੀਸਨ ਦੇ ਨਾਲ ਹੀ ਜਿਹੜਾ ਵਾ ਉਹ ਠੀਕ ਕੀਤਾ ਜਾਵੇਗਾ। ਤੇ ਅਗਲੀ ਜਿਹੜੀ ਸੀ ਅਹਿਮ ਫੈਸਲਾ ਜਿਹੜਾ ਮਾਤਾ ਜੀ ਹੁਣਾਂ ਦਾ ਕਿ ਅੱਗੇ ਸਰਜਰੀ ਹੋਣੀ ਆ ਜਾਂ ਐਂਜੀਓਗ੍ਰਾਫੀ, ਉਹ ਕਿਡਨੀ ਦੇ ਤੋਂ ਬਾਅਦ ਹੀ ਠੀਕ ਹੋਣ ਤੋਂ ਇਹ ਨਿਰਣਾ ਲਿਆ ਜਾਵੇਗਾ। ਸੋ ਸੰਗਤ ਜੀ ਮਾਤਾ ਜੀ ਹੁਣਾਂ ਨੂੰ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਜਿਹੜਾ ਸੀ ਕਿ ਐਡਮਿਟ ਤੋਂ ਬਾਅਦ ਹੁਣ ਜਨਰਲ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਹੁਣ? ਠੀਕ ਹੈ, ਹਰੇਸ਼ਾ ਨਹੀਂ ਹਟਦਾ ਜੇ ਤੇ ਖੰਘ ਆਉਂਦੀ ਹੈ, ਉਸ ਤਰ੍ਹਾਂ ਮੈਂ ਧੜਕਣ ਦੀ ਠੀਕ ਹੋ ਅੱਜ। ਅੱਛਾ ਜੀ। ਧੜਕਣ ਦੀ ਮੁੜ ਕੇ ਜਿਵੇਂ ਕੱਲ੍ਹ ਬੰਦ ਹੋਈ ਮੁੜ ਕੇ ਨਹੀਂ ਵਧੀਆ ਠੀਕ ਰਹੀ ਆ। ਇਹ ਵੀ ਹੁਣ ਸਿਰ ਭਾਰਾ ਭਾਰਾ ਰਹਿੰਦਾ, ਹਾਲੇ ਤਾਂ ਰੇਸ਼ਾ ਆਉਂਦਾ, ਜਦੋਂ ਰੇਸ਼ਾ ਆਉਂਦਾ ਉਦੋਂ ਬੜੇ ਜ਼ੋਰ ਨਾਲ ਜਿੱਦਾਂ ਉਲਟੀ ਆਉਂਦੀ ਇੱਦਾਂ ਖਿੱਚ ਪੈਂਦੀ ਅੰਦਰ, ਨਾਲ ਪੀੜ ਹੁੰਦੀ ਇੱਥੇ ਪਸਲੀਆਂ 'ਚ। ਹੋਰ ਉਸ ਤਰ੍ਹਾਂ ਮਿਹਰਬਾਨੀ ਮਹਾਰਾਜ ਤੁਹਾਡੀ, ਵਾਹਿਗੁਰੂ ਖਾਲਸਾ ਫਤਿਹ। ਉਹ ਮਾਤਾ ਜੀ ਪ੍ਰਸ਼ਾਦੇ ਪਾਣੀ ਅੱਜ ਖਾਧਾ ਕਿ ਵਧੀਆ ਮਿਲਦਾ ਜੀ? ਠੀਕ ਹੈ, ਹੁਣ ਮੈਂ ਅੱਜ ਖਾਣਾ ਵੀ ਥੋੜ੍ਹੀ ਜਿਹੀ ਖਿਚੜੀ ਵੀ ਖਾਧੀ, ਉਦੋਂ ਦਾ ਨਹੀਂ ਕੁਛ ਵੀ ਖਾਧਾ। ਅੱਛਾ ਜੀ। ਅੱਜ ਖਿਚੜੀ ਵੀ ਥੋੜ੍ਹੀ ਜਿਹੀ ਖਾਧੀ ਹੈ, ਚਾਹ ਵੀ ਹੁਣ ਪੀਤੀ ਹੈ। ਅੱਗੇ ਨਾਲ ਬਹੁਤ ਫਰਕ ਵਾ, ਉਸ ਤਰ੍ਹਾਂ ਜਿਹੜਾ ਜ਼ਿਆਦਾ ਸੀ ਪਿਓਰ, ਹੁਣ ਠੀਕ ਹੈ ਅੱਗੇ ਨਾਲ। ਹਾਂਜੀ ਬਹੁਤ ਉਦੋਂ ਫਰਕ ਆ ਜੀ, ਬੜੀ ਮਾਲਕ ਦੀ ਕਿਰਪਾ ਸਤਿਗੁਰ ਦੀ। ਅੱਛਾ ਜੀ। ਹਾਂਜੀ ਜਿੱਦਣ ਆਏ ਬਹੁਤ ਜ਼ਿਆਦਾ ਢਿੱਲੇ ਆਏ ਵਾਲੇ ਬਹੁਤ ਮਿਹਰ ਆ, ਪਰ ਅੱਜ ਖਿਚੜੀ ਵੀ ਖਾਧੀ ਆ, ਜਲ ਪਾਣੀ ਵੀ ਛਕਿਆ ਥੋੜ੍ਹਾ ਬਹੁਤਾ। ਅਤੇ ਸਾਡੇ ਨਾਲ ਸੋਹਣੀਆਂ ਗੱਲਾਂ ਕੀਤੀਆਂ ਵਾ, ਆਪਣੇ ਪਰਿਵਾਰ ਬਾਰੇ ਪੁੱਛਿਆ ਕਿਵੇਂ ਠੀਕ ਸਾਰੇ ਬੱਚੇ ਜਾਂ ਆਪਣੀਆਂ ਗੁੱਡੀਆਂ ਬਾਰੇ ਪੁੱਛਿਆ। ਬਹੁਤ ਵਧੀਆ ਮਾਲਕ ਦੀ ਕਿਰਪਾ, ਬੜਾ ਧੰਨਵਾਦ ਮਹਾਰਾਜ ਕਿਰਪਾ ਰੱਖੇ ਇਹਨਾਂ ਸੰਗਤਾਂ ਦੇ। ਤੁਸੀਂ ਵੈਸੇ ਕੀ ਲੱਗਦੇ ਇਹਨਾਂ ਦੇ ਮਾਤਾ ਜੀ ਉਹਨਾਂ ਦੇ? ਇਹਨਾਂ ਦਾ ਜੀ ਮੈਂ ਜਵਾਈ ਲੱਗਦਾ ਜੀ। ਅੱਛਾ ਜੀ। ਹਾਂਜੀ ਠੀਕ ਹੈ ਜੀ। ਸੋ ਸੰਗਤ ਜੀ ਜਵਾਈ ਵੀ ਪੋਤੇ ਹੀ ਹੁੰਦੇ ਨੇ ਅਤੇ ਬੜੀ ਵੱਡੀ ਗੱਲ ਹੈ ਕਿ ਮਾਤਾ ਜੀ ਉਹਨਾਂ ਦੇ ਕੋਲ ਇਸ ਵੇਲੇ ਆਣ ਕੇ ਅਤੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਨੇ। ਉਹਨਾਂ ਨੇ ਵੀ ਮੂੰਹੋਂ ਦੱਸੀ ਇਹ ਗੱਲ ਸੰਗਤ ਜੀ ਕਿ ਜਦੋਂ ਦੇ ਆਏ ਆ, ਵੈਸੇ
ਵੀਰ ਜੀ ਜਦੋਂ ਮਤਲਬ ਪਹਿਲੇ ਦਿਨ ਆਏ ਸੀ, ਮਤਲਬ ਉਹਦੇ ਨਾਲੋਂ ਤੇ ਕਾਫੀ ਸੁਧਾਰ, ਉਦੋਂ ਕੀ ਕਾਫੀ ਪ੍ਰੋਬਲਮ ਸੀ ਇਹਨਾਂ ਨੂੰ? ਹਾਂਜੀ ਬਹੁਤ ਜ਼ਿਆਦਾ। ਉਦੋਂ ਤੇ ਇੰਨਾ ਮੰਦਾ ਹਾਲੇ ਵੀ ਬੋਲਦੇ ਵੀ ਨਹੀਂ, ਤੇ ਇਸ ਤਰ੍ਹਾਂ ਆਂਦੇ ਵੀ ਮਰ ਜਾਣਾ, ਮੇਰੇ ਪਰਿਵਾਰ ਦਾ ਤੁਸੀਂ ਖਿਆਲ ਰੱਖਿਓ, ਤੁਸੀਂ ਘਰ 'ਚ ਵੱਡੇ ਜੇ ਸਿਆਣੇ ਜੇ, ਤੇ ਤੁਸੀਂ ਸੂਝਵਾਨ ਜੇ, ਤੇ ਮੈਂ ਤੇ ਦੁਨੀਆ ਤੋਂ ਤੁਰ ਜਾਣਾ, ਤੇ ਤੁਸੀਂ ਪਰਿਵਾਰ ਦੀ ਸਾਰੀ ਰੰਗਾਨੀ ਰੱਖਣੀ ਆ। ਇਸ ਤਰ੍ਹਾਂ ਮਨ ਭਰ ਭਰ ਕੇ ਗੱਲਾਂ ਕਰਦੇ। ਅੱਜ ਮਾਲਕ ਦੀ ਬੜੀ ਮਿਹਰ ਆ, ਸਾਡੇ ਨਾਲ ਗੱਲਾਂ ਬਾਤਾਂ ਸੋਹਣੀਆਂ ਕਰਦੀ ਹੈ ਜੀ। ਸੋ ਸੰਗਤ ਜੀ, ਆਪ ਸਭ ਸੰਗਤਾਂ ਇਹ ਲਫ਼ਜ਼ ਸੁਣ ਹੀ ਰਹੇ ਜੇ ਕਿ ਪਰਿਵਾਰ ਜਿਹੜਾ ਵਾ ਕਿ ਆਪਣੇ ਮੁੱਖ 'ਚੋਂ ਆਪ ਇਹ ਗੱਲ ਕਹਿ ਰਿਹਾ ਕਿ ਜਿਸ ਦਿਨ ਲੈ ਕੇ ਆਏ ਸੀ ਬੜੀ ਦਿੱਕਤ ਦੇ ਵਿੱਚ ਸੀ। ਅਤੇ ਬਿਲਕੁਲ ਸਹੀ ਗੱਲ ਹੈ ਸੰਗਤ ਜੀ। ਉਸ ਦਿਨ ਦੀ ਵੀ ਵੀਡੀਓ ਆਪ ਸਭ ਸੰਗਤਾਂ ਦੇ ਨਾਲ ਅਸੀਂ ਸਾਂਝ ਪਾਈ ਸੀ, ਅਤੇ ਪਰ ਪਰਿਵਾਰ ਦਾ ਦਿਲ 'ਤੇ ਕਰਦਾ ਸੀ। ਪਰ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਇਸ ਜ਼ਮਾਨੇ ਵਿੱਚ ਸਭ ਤੋਂ ਜੇ ਕੋਈ ਮਹਿੰਗੀ ਚੀਜ਼ ਤਾਂ ਉਹ ਅੱਜ ਦੇ ਸਮੇਂ ਦੇ ਵਿੱਚ ਇਲਾਜ ਹੀ ਹੈ, ਅਤੇ ਹਰ ਬੰਦੇ ਦੇ ਜਿਹੜੇ ਉਹ ਵੱਸ 'ਚੋਂ ਬਾਹਰ ਗੱਲ ਹੋਈ ਪਈ ਹੈ। ਅਤੇ ਪਰ ਫਿਰ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਜਿਹੜਾ ਵਾ ਕਿ ਇਹ ਕਾਰਜ ਇੱਥੋਂ ਤੱਕ ਨੇਪਰੇ ਚੜ੍ਹਿਆ ਹੈ। ਜਿਵੇਂ ਇਹਨਾਂ ਦੀ ਕਿਡਨੀਆਂ ਦੇ ਵਿੱਚ ਕੁਝ ਸੁਧਾਰ ਆਵੇਗਾ ਅਤੇ ਉਹਦੇ ਤੋਂ ਬਾਅਦ ਫਿਰ ਅਗਲਾ ਡਿਸੀਜਨ ਲਿਆ ਜਾਵੇਗਾ ਕਿ ਐਂਜੀਓਗ੍ਰਾਫੀ। ਅਤੇ ਪਰ ਸੰਗਤ ਜੀ, ਹੁਣ ਆਪ ਸਭ ਸੰਗਤਾਂ ਦੀ ਸਾਥ ਦੀ ਬਹੁਤ ਲੋੜ ਹੈ, ਕਿਉਂਕਿ ਖਰਚੇ ਬੜੇ ਵੱਡੇ ਨੇ। ਜੇ ਖਰਚੇ ਪਰਿਵਾਰ ਤੋਂ ਹੁੰਦੇ ਤਾਂ ਉਹਨਾਂ ਨੇ ਹੁਣ ਤੱਕ ਜਿਹੜਾ ਸੀ ਕਿ ਮਾਤਾ ਜੀ ਉਹਨਾਂ ਦਾ ਇਲਾਜ ਕਰਵਾ ਲੈਣਾ ਸੀ, ਪਰ ਫਿਰ ਵੀ ਉਹਨਾਂ ਦੇ ਵੱਸੋਂ ਜਿਹੜੀ ਸੀ ਉਹ ਗੱਲ ਬਾਹਰ ਸੀ। ਇਸੇ ਹੀ ਕਰਕੇ ਸੰਗਤ ਜੀ, ਪਰਿਵਾਰ ਨੇ ਆਪ ਸਭ ਸੰਗਤਾਂ ਦਾ ਓਟ ਆਸਰਾ ਜਿਹੜਾ ਵਾ ਉਹ ਤੱਕਿਆ, ਕਿਉਂਕਿ ਆਪ ਹੀ ਇਸ ਵਕਤ ਜਿਹੜੇ ਨੇ ਕਿ ਇਹਨਾਂ ਦੇ ਜੀਵਨ ਦਾਤੇ ਬਣੇ ਹੋਏ ਜੇ। ਸੋ ਇਸ ਕਰਕੇ ਸੰਗਤ ਜੀ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਇਹੀ ਬੇਨਤੀ ਕਰਦੀ ਹੈ ਕਿ ਜਿੱਥੇ ਹੁਣ ਤੱਕ ਆਪ ਜੀ ਨੇ ਮਾਤਾ ਜੀ ਉਹਨਾਂ ਦਾ ਇੰਨਾ ਸਾਥ ਦਿੱਤਾ, ਅਤੇ ਅਗਾਂਹ ਆਪ ਸਭ ਸੰਗਤਾਂ ਦੇ ਹੀ ਆਸਰੇ ਦੀ ਲੋੜ ਹੈ, ਤਾਂ ਜੋ ਮਾਤਾ ਜੀ ਹੁਣੀ ਹੋਰ ਪ੍ਰੋਪਰ ਤਰੀਕੇ ਦੇ ਨਾਲ ਠੀਕ ਹੋ ਕੇ ਆਪਣੇ ਘਰ ਜਾ ਸਕਣ। ਸੰਗਤ ਜਿਵੇਂ ਸਿਹਤ ਦੇ ਵਿੱਚ ਸੁਧਾਰ ਆਉਂਦਾ ਗਿਆ, ਮਾਤਾ ਜੀ ਉਹਨਾਂ ਨੂੰ ਡਾਕਟਰ ਫਰਿਆਜ਼ ਅਹਿਮਦ ਬੱਟ ਜੋ ਕਿ ਹਾਰਟ ਦੇ ਸਪੈਸ਼ਲਿਸਟ ਨੇ, ਉਹਨਾਂ ਨੇ ਇਹੀ ਡਿਸੀਜਨ ਲਿਆ ਸੀ ਕਿ ਇਹਨਾਂ ਨੂੰ ਜਨਰਲ ਵਾਰਡ ਦੇ ਵਿੱਚ ਜਿਹੜਾ ਸੀ ਉਹ ਐਡਮਿਟ ਕਰਵਾ ਦਿੱਤਾ ਜਾਵੇ, ਸ਼ਿਫਟ ਕਰ ਦਿੱਤਾ ਸੀ। ਅਤੇ ਪਰ ਅੱਜ ਫਿਰ ਮਾਤਾ ਜੀ ਹੁਣਾਂ ਦੀ ਜਿਹੜੀ ਸਿਹਤ ਬਹੁਤ ਖਰਾਬ ਹੋ ਗਈ ਹੈ, ਜਿਹਦੇ ਕਰਕੇ ਮਾਤਾ ਜੀ ਉਹਨਾਂ ਨੂੰ ਫਿਰ ਮੈਡੀਕਲ ICU ਦੇ ਵਿੱਚ ਐਡਮਿਟ ਕਰਵਾਇਆ ਜਾ ਰਿਹਾ ਹੈ, ਸ਼ਿਫਟ ਕਰਨ ਲੱਗੇ ਨੇ। ਅਤੇ ਅੱਜ ਵੈਸੇ ਡਾਕਟਰ ਸਾਹਿਬ ਹੁਣਾਂ ਦੀ ਜਿਹੜੀ ਸੀ ਵਿਉਂਤਬੰਦੀ ਸੀ ਉਹ ਇਹੀ ਸੀ ਕਿ ਮਾਤਾ ਜੀ ਹੁਣਾਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਹੈ, ਅਤੇ ਹੁਣ ਮਾਤਾ ਜੀ ਹੁਣਾਂ ਦੀ ਐਂਜੀਓਗ੍ਰਾਫੀ ਜਿਹੜੀ ਹੈ ਕਰਵਾ ਦੇਣੀ ਚਾਹੀਦੀ ਹੈ। ਪਰ ਪਰਿਵਾਰ ਨੇ ਹਾਲੇ ਤੱਕ ਕੋਈ ਡਿਸੀਜਨ ਨਹੀਂ ਲਿਆ, ਪਰ ਫਿਰ ਵੀ ਪਰਿਵਾਰਕ ਮੈਂਬਰ ਇੱਥੇ ਮਾਤਾ ਜੀ ਹੁਣਾਂ ਦੇ ਭੁਜੰਗੀ ਵੀ ਸਾਡੇ ਕੋਲ ਨੇ। ਆਓ ਆਪ ਸਭ ਸੰਗਤਾਂ ਦੀ ਇਹਨਾਂ ਨਾਲ ਵੀ ਸਾਂਝ ਪਾਉਂਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਹੁਣ ਮਾਤਾ ਜੀ ਹੁਣਾਂ ਦਾ? ਮਾਤਾ ਜੀ ਤਾਂ ਥੋੜ੍ਹਾ ਜਿਹਾ ਫਰਕ ਪਿਆ ਸੀ ਅਤੇ ਲਿਆਂਦਾ ਥੱਲੇ, ਅਤੇ ਹੁਣ ਫਿਰ ਅੱਜ ICU ਲੱਗੇ ਸ਼ਿਫਟ ਕਰਨ, ਫਿਰ ਸੀਰੀਅਸ ਹੋ ਗਏ, ਪੀੜ ਨਹੀਂ ਹਟਦੀ। ਅੱਛਾ ਜੀ। ਡਾਕਟਰ ਸਾਹਿਬ ਅੱਜ ਐਂਜੀਓਗ੍ਰਾਫੀ ਦਾ ਕਹਿ ਰਹੇ ਸੀ ਕਿ ਇਹਨਾਂ ਦਾ ਐਂਜੀਓਗ੍ਰਾਫੀ ਜਿਹੜੀ ਹੋਣੀ ਹੈ, ਪਰ ਉਹਦੀ ਕੋਈ ਸਲਾਹ ਨਹੀਂ ਹੋਈ ਤੁਹਾਡੇ ਨਾਲ, ਜਾਂ ਤੁਸੀਂ ਆਪਣੇ ਵੱਡੇ ਭਰਾ ਦੇ ਨਾਲ? ਆ ਰਿਹਾ ਮੇਰਾ ਬ੍ਰਦਰ ਆ ਰਿਹਾ, ਉਹ ਆਣ ਕੇ ਕਰੂਗਾ, ਪੁੱਛਣ ਵਾਲਾ ਹੀ। ਸੋ ਸੰਗਤ ਜੀ, ਇਹ ਜਿਹੜੀ ਗੱਲ ਸੀ ਐਂਜੀਓਗ੍ਰਾਫੀ ਦੀ, ਜਿਹੜੀ ਹੋਣ ਵਾਲੀ ਐਂਜੀਓਗ੍ਰਾਫੀ ਹੋਣੀ ਸੀ, ਡਾਕਟਰ ਫਰਿਆਜ਼ ਅਹਿਮਦ ਬੱਟ ਦੀ ਪੂਰੀ ਟੀਮ ਨੇ ਅੱਜ, ਕਿਉਂਕਿ ਇਹ ਵਿਉਂਤਬੰਦੀ ਬਣਾਈ ਸੀ ਕਿ ਅੱਜ ਮਾਤਾ ਜੀ ਹੁਣਾਂ ਦੀ ਐਂਜੀਓਗ੍ਰਾਫੀ ਹੋਈ ਨਹੀਂ, ਪਰ ਫਿਰ ਪਤਾ ਨਹੀਂ ਮਾਤਾ ਜੀ ਉਹਨਾਂ ਦੀ ਇੱਕਦਮ ਜਿਹੜੀ ਇਹ ਸਿਹਤ ਜਿਹੜੀ ਕਾਫੀ ਖਰਾਬ ਹੋ ਗਈ ਹੈ, ਜਿਹਦੇ ਕਰਕੇ ਫਿਰ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਮਾਤਾ ਜੀ ਉਹਨਾਂ ਨੂੰ ਜਿਹੜਾ ਵਾ ਮੈਡੀਕਲ ICU ਦੇ ਵਿੱਚ ਐਡਮਿਟ ਕਰਵਾਉਣ ਲੱਗੇ ਨੇ।
उनकी नाड़ियाँ नॉर्मल भी हो फिर भी पीड़ होती है उनको, क्योंकि हार्ट मोटा हुआ होगा। ऐसे पेशेंट को कभी कभार 5% लोगों को ना सडन डेथ होता है। माँ जी आपसे बात कर रहे हो कि मर जाएगी, 5% पेशेंट ऐसे होते हैं। ਤੇ ਸਾਡੇ ਕੋਲ ਡਾਕਟਰ ਫਰਿਆਜ਼ ਅਹਿਮਦ ਬੱਟ ਜਿਹੜੇ ਕਿ ਦਿਲ ਦੇ ਹਾਰਟ ਦੇ ਸਪੈਸ਼ਲਿਸਟ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਅਸਲ ਦੇ ਵਿੱਚ ਇਹ ਕੀ ਕਾਰਨ ਬਣਿਆ ਜਿਹਦੇ ਕਰਕੇ ਮਾਤਾ ਜੀ ਉਹਨਾਂ ਦੀ ਫੇਰ ਜਿਹੜੀ ਹਾਲਤ ਇੰਨੀ ਖਰਾਬ ਹੋ ਗਈ। ਡਾਕਟਰ ਸਾਹਿਬ ਮੈਂ ਚਾਹੁੰਦਾ ਜ਼ਰੂਰ ਆਪ ਸੰਗਤ ਨਾਲ ਥੋੜ੍ਹੀ ਜਿਹੀ ਸਾਂਝ ਪਾਓ ਕਿ ਮਾਤਾ ਜੀ ਉਹਨਾਂ ਨੂੰ ਹੁਣ ਇਮੀਡੀਏਟਲੀ ਉਹਨਾਂ ਦੀ ਹਾਲਾਤ ਜਿਹੜੀ ਸੀ ਪਹਿਲਾਂ 2-1 ਦਿਨ ਹਾਲਤ ਜਿਹੜੀ ਸੀ ਠੀਕ ਸੀ ਪਰ ਫਿਰ ਖਰਾਬ ਕਿਉਂ ਹੋ ਗਈ? माता जी की हालत तो पहले से भी, अगर उसकी किडनी की, उसकी छाती में पानी की, उसकी धड़कन की, उस हिसाब से अभी भी बेहतर है। लेकिन वो भी थोड़ी सी छाती में दर्द रात को भी 1-2 बार हुआ था, सवेरे भी 1-2 बार हुआ था। वो तो एक जो उसके हार्ट की वैल्यू का प्रॉब्लम है उसकी वजह से हो सकती है, और हार्ट की नाड़ियों की वजह से हो सकती है। दूसरा चीज़ इसमें है कि माँ जी की जो धड़कन है वो इरेगुलर है। उसमें कभी कभार क्या होता है कि हार्ट में खून जमा हो जाता है, उसमें क्लॉट बन जाता है और वो क्लॉट बाहर जाता है, जिसकी वजह से कभी कभार वो पेट में दर्द करता है, लकवा पड़ता है, टांग में ब्लड सप्लाई बंद करता है। ऐसे चीज़ का ख़तरा रहता है। माँ जी की ब्लड प्रेशर अब ठीक हो गया है, उसकी किडनी नॉर्मल हो गई है, और उसकी जो उसकी जो पानी था छाती में वो ठीक हो गया है। वो अच्छी बात है, लेकिन अभी भी उसको दर्द हो रहा है, जो कि हम समझते हैं या तो वैल्यू की वजह से जो हार्ट मोटा होता है उनमें भी दर्द होता है, या नाड़ियों की तकलीफ़ से। उसके लिए हमने दवाई शुरू कर दी है, उम्मीद है कि उससे भी बेहतरी आ जाएगी। और थोड़ी सी माता जी की अब जो किडनी बेहतर हो गई है, अब हम समझते हैं कि अब हम उसकी एंजियोग्राफी करने के काबिल है। तो ऊपर वाले ने चाहा तो कल इसकी एंजियोग्राफी करके ये देख लेंगे कि ये जो दर्द है ये सिर्फ नाड़ियों की वजह से है, या हार्ट के वैल्यू बंद होने की वजह से जो हार्ट मोटा हुआ है उसकी वजह से है। हालांकि अभी माँ जी हल्की सी दर्द करते हैं, बाकी बीपी ठीक है, ऑक्सीजन उसका ठीक है, लेकिन माँ जी में ऐसी चीज़ें अभी भी है जो कभी भी बिगड़ सकती है। जैसे इसका हार्ट का वैल्यू है, हार्ट फेल हुआ था, उसकी प्रॉब्लम है, वो चीज़ें तो रहनी है। उसका अभी तक इमीडिएट कोई समाधान नहीं है हमारे पास, हालांकि इलाज चल रहा है। वैल्यू का इलाज होता है, वैल्यू को निकाल के नया डाल देना, या कभी कभार हम नस से भी वैल्यू डाल देते हैं, लेकिन अभी वो परिस्थिति नहीं है कि वो ऐसी चीज़ें कर पाए। माँ जी हालांकि इस वक्त दर्द है और आईसीयू में फिर से शिफ्ट किया है, स्टेबल है, लेकिन अभी भी बहुत सी प्रॉब्लम है जिनका इलाज करना ज़रूरी है। ਡਾਕਟਰ ਸਾਹਿਬ ਉਹਨਾਂ ਨੇ ਬੜੀ ਅਹਿਮ ਜਾਣਕਾਰੀ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਸੀ ਉਹ ਸਾਂਝੀ ਕੀਤੀ ਉਹਨੇ ਕਿ ਮਾਤਾ ਜੀ ਉਹਨਾਂ ਦੀ ਸਿਹਤ ਦੇ ਵਿੱਚ ਵਿਗਾੜ ਆਉਣ ਦਾ ਕਾਰਨ ਕੀ ਸੀ। ਤੇ ਇੱਥੇ ਸਾਡੇ ਕੋਲ ਹੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਮਾਤਾ ਗੁਰਮੇਜ ਕੌਰ ਜੀ ਦੇ ਵੱਡੇ ਫਰਜ਼ੰਦ ਵੀ ਸਾਡੇ ਕੋਲ ਨੇ, ਤੇ ਆਓ ਆਪ ਸਭ ਸੰਗਤਾਂ ਦੀ ਇਹਨਾਂ ਦੇ ਨਾਲ ਵੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਹੈ ਮਾਤਾ ਦਾ, ਹੁਣ ਕਿਹਾ ਸੀ ਪਤਾ ਲੈਣ? ਹਾਂਜੀ, ਮਾਤਾ ਜੀ ਪਹਿਲਾਂ ਨਾਲੋਂ ਕੁਝ ਠੀਕ ਨੇ, ਜਿਵੇਂ ਉਹ ਡਾਕਟਰ ਸਾਹਿਬ ਵੀ ਦੱਸ ਰਹੇ ਸੀ। ਉਹਨਾਂ ਦੀ ਛਾਤੀ ਦੇ ਵਿੱਚ ਜਿਹੜਾ ਪਾਣੀ ਜੰਮਿਆ ਸੀ ਉਹ ਵੀ ਨਿਕਲ ਗਿਆ ਕਾਫੀ ਹੱਦ ਤੱਕ, ਧੜਕਣ ਵੀ ਠੀਕ ਹੈ, ਉਹਨਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਡਾਊਨ ਸੀ ਉਹ ਵੀ ਠੀਕ ਹੈ। ਬਟ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੁਣੇ, ਉਹਨਾਂ ਦੀ ਐਂਜੀਓਗ੍ਰਾਫੀ ਤੋਂ ਬਾਅਦ ਵਿੱਚ ਹੀ ਪਤਾ ਲੱਗੇਗਾ ਕਿ ਉਹਨਾਂ ਦਾ ਇਕੱਲਾ ਵਾਲ ਹੀ ਖਰਾਬ ਹੈ ਜਾਂ ਨਾੜੀਆਂ ਦੀ ਬਲੋਕੇਜ ਵੀ ਹੈ। ਸੋ ਕੱਲ੍ਹ ਨੂੰ ਡਾਕਟਰ ਸਾਹਿਬ ਨੇ ਐਂਜੀਓਗ੍ਰਾਫੀ ਕਰਨ ਦਾ ਕਿਹਾ ਆ। ਉਸ ਤੋਂ ਬਾਅਦ ਵਿੱਚ ਜੋ ਵੀ ਅੱਗੇ ਉਹ ਡਿਸੀਜਨ ਲੈਣਗੇ ਡਾਕਟਰ ਸਾਹਿਬ, ਜੋ ਵੀ ਟਰੀਟਮੈਂਟ ਦੀ ਲੋੜ ਹੋਈ, ਤਾਂ ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ, ਜਿੱਥੇ ਹੁਣ ਪਿਛਲੇ 4 ਦਿਨਾਂ ਤੋਂ ਲਗਾਤਾਰ ਸੰਗਤ ਏਡ ਨੇ ਸਾਡੀ ਬਾਂਹ ਫੜੀ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨਾ ਚਿਰ ਮਾਤਾ ਜੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਜਾਂਦੇ, ਉਹਨਾਂ ਚਿਰ ਇਸੇ ਤਰ੍ਹਾਂ ਸਾਡੀ ਬਾਂਹ ਫੜ ਕੇ ਰੱਖਣਾ ਜੀ। ਸੰਗਤ ਜੀ, ਜੇ ਆਪਾਂ ਪਹਿਲਾਂ ਦੀ ਗੱਲ ਕਰੀਏ ਤਾਂ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਗੱਲ ਸੀ ਕਿ ਉਹਨਾਂ ਨੂੰ 1-2 ਦਿਨਾਂ ਦੇ ਵਿੱਚ ਜਿਹੜੀ ਸੀ ਛੁੱਟੀ ਮਿਲ ਜਾਣੀ ਸੀ, ਸ਼ਾਇਦ ਅੱਜ ਮਿਲ ਜਾਣੀ ਸੀ, ਪਰ ਮਾਤਾ ਜੀ ਉਹਨਾਂ ਦੀ ਸਿਹਤ ਦੇ ਵਿੱਚ ਇੱਕਦਮ ਫਿਰ ਕਾਫੀ ਜਿਹੜਾ ਸੀ ਖਰਾਬ ਹੋ ਗਈ, ਵਿਗਾੜ ਆ ਗਿਆ, ਜਿਹਦੇ ਕਾਰਨ ਕਿ ਉਹਨਾਂ ਨੂੰ ਫਿਰ ਮੈਡੀਕਲ ICU ਦੇ ਵਿੱਚ ਜਿਹੜਾ ਵਾ ਉਹ ਐਡਮਿਟ ਕਰਵਾਉਣਾ ਪਿਆ। ਅਤੇ ਸੰਗਤ ਜੀ, ਮੈਂ ਇੱਥੇ ਇੱਕ ਗੱਲ ਹੋਰ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਦਾ ਜਾਵਾਂ ਕਿ 100 ਚੋਂ 80% ਇਵੇਂ ਦੇ ਕੇਸ ਹੁੰਦੇ ਜਦੋਂ ਐਂਜੀਓਗ੍ਰਾਫੀ ਹੁੰਦੀ ਹੈ ਕਿ ਐਮੀਜੈਂਟਲੀ ਉੱਥੇ ਸਟੰਟ ਵੀ ਪਾਉਣੇ ਪੈਂਦੇ ਨੇ, ਅਤੇ ਆਪ ਸਭ ਸੰਗਤਾਂ ਨੂੰ ਪਤਾ ਹੀ ਕਿ ਜਿਹੜਾ ਸਟੰਟ ਦੀ ਕੋਸਟ ਆ ਉਹ ਬਹੁਤ ਹੀ ਐਕਸਪੈਂਸਿਵ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ, ਕਿ ਜਿਹੜੀ ਆਮ ਬੰਦੇ ਦੇ ਵੱਸ 'ਚੋਂ ਬਹੁਤ ਬਾਹਰ ਹੁੰਦੀ ਹੈ। ਸੋ ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਦਾ ਭਾਣਾ ਕਿ ਮਾਤਾ ਜੀ ਉਹਨਾਂ ਨੂੰ ਸਟੰਟ ਦੀ ਲੋੜ ਹੀ ਨਾ ਪਵੇ। ਪਰ ਫਿਰ ਵੀ ਸੰਗਤ ਜੀ,
ਇਹ ਤੇ ਹੁਣ ਜਦੋਂ ਐਂਜੀਓਗ੍ਰਾਫੀ ਹੋਵੇਗੀ ਉਹਦੇ ਤੋਂ ਬਾਅਦ ਹੀ ਡਾਕਟਰ ਸਾਹਿਬ ਹੁਣੀ ਦੱਸ ਸਕਦੇ ਕਿ ਇਹਨਾਂ ਨੂੰ ਸਟੰਟ ਪਾਉਣ ਦੀ ਲੋੜ ਹੈ ਜਾਂ ਨਹੀਂ। ਡਾਕਟਰ ਸਾਹਿਬ ਉਹਨਾਂ ਦੀ ਸਾਂਝ ਪਾਉਂਦੇ ਹਾਂ ਕਿ ਅਸਲ ਦੇ ਵਿੱਚ ਕੀ ਪ੍ਰੋਬਲਮ ਆਈ ਹੈ, ਐਂਜੀਓਗ੍ਰਾਫੀ ਉਹਨਾਂ ਦੀ ਸੰਪੂਰਨ तौर पे होगी। जैसे कि आप जानते हैं कि माता जी एडमिट हुई थी हार्ट की तकलीफ़ से, छाती में पानी भर चुका था, किडनी में तकलीफ़ था। फिर हमने एको किया, उससे एक एओर्टिक वैल्व है उसमें उसको सिकुड़ गया है, थोड़ा लीक भी कर रहा है, उसका हमें पता चला था। तो उसके बाद हमने माता जी का जो भी इलाज हुआ है यहाँ पे, तो ऊपर वाले की कृपा से इसकी किडनी भी बहुत बेहतर हो गई और छाती का पानी भी बहुत निकल चुका है। तो उसको ये धड़कन की भी थोड़ी दिक्कत थी, उसके लिए दवा चला, धड़कन बेहतर हुई है। और आज उसको हमने माँ जी को एज अ प्रोटोकॉल जो होता है, जो हार्ट की तकलीफ़, वैल्यू की तकलीफ़, अगर आप उसको खोलना चाहते हैं या सर्जरी के माध्यम से या किसी और से, तो उससे पहले एंजियोग्राफी होती है। और जैसे कि माता जी के जब आई थी तो उसके कुछ एंजाइम्स बढ़े थे जो हार्ट अटैक की तरफ इशारा कर रहे थे और ईसीजी में कुछ चेंजेस आई थी। तो इसी प्रोटोकॉल के हिसाब से माँ जी को स्टेबलाइज़ करके हमने आज उसका एंजियोग्राफी कर दिया है। और साहब मैं चाहना कि आप थोड़ा जा स्क्रीन पे जो आ रहा है उसके बारे संगत न साझी देख रहे थे काले काले जो होते हैं ना, ये काले काले जो आप देख रहे हैं, दागे या सांप जैसे भी कुछ भी कह से, ये नाड़ियाँ हैं। इसमें से हम एक दवा डालते हैं जिसको हम एक्सरे लेते हैं और ये इन नाड़ियों में से घुस कर चली जाती है, तो हम उसका एक फ़ोटो लेते हैं। डिफरेंट एंगल से एक मशीन होती है। अब देखिए कि माता जी की जो नाड़ियाँ है वो बढ़िया है, उसमें ज़्यादा दिक्कत नहीं, कोई ब्लॉक नहीं, अच्छा नाड़ियाँ जा रही है। ये लेफ़्ट साइड की नाड़ियाँ है, दो बड़ी बड़ी नाड़ियाँ है। हमने इसके ज़्यादा शॉट नहीं लिए, कम इस्तेमाल दवाई का हमने इस्तेमाल किया है ताकि इसकी जो किडनी में पहले भी थोड़ी सी तकलीफ़ थी वो उसमें कोई दिक्कत ना आ जाए, इसलिए हमने बिल्कुल इसके कम दवाई में ये एंजियोग्राफी कर दिया है, जो इसके लिए बेहतर रहा। हमें ये पता चला कि जो माता जी का जो तकलीफ़ था वो एक वैल्व की सिकुड़ने की और लीक होने की वजह से है, एओर्टिक वैल्व, और जिसकी वजह से हार्ट फेल हुआ था, और किडनी की तकलीफ़ की वजह से जब वो यहाँ आई थी, और किडनी बहुत हद तक ठीक हुई है। और वैल्यू का अभी हम देख लेते हैं, इसको और भी असेसमेंट करने के लिए बाकी चीज़ें होते हैं, एक अल्ट्रासाउंड होता है, एको यानी कि वो जो हम पेट में डालते हैं एंडोस्कोपी के माध्यम से है, वो बेटर असेसमेंट देता है, वो आगे की बात है। और फ़िलहाल हमें माँ जी का थोड़ी सी दवाई देनी, धड़कन की, खून पतला होने, क्योंकि धड़कन जब इरेगुलर होती है तो खून जमने का भी खतरा रहता है। फ़िलहाल ये दवाई देकर 1-2 दिन में भगवान ने चाहा तो माँ जी को हम फारिग कर देंगे। साध संगत जी, आप सब संगतां दे नाल हुणे साਂਝ पा के हटे सी डॉक्टर साहब हुणे कि असल दे विच माता जी उन्हां नूं की प्रॉब्लम आई, उस बारे आप जी नूं गाइडलाइन भी दित्ती है। ते हुण माता जी हुणां नूं मैडिकल ICU दे विच जिहड़ा वा शिफ्ट कर दिता है एंजियोग्राफी तो बाद। ਇੱਥੇ ਪਰਿਵਾਰਕ ਮੈਂਬਰ ਵੀ ਸਾਡੇ ਕੋਲ ਨੇ, ਆਓ ਆਪ ਸਭ ਸੰਗਤਾਂ ਦੀ ਇਹਨਾਂ ਦੇ ਨਾਲ ਵੀ ਸਾਂਝ ਪਾਉਂਦੇ ਹਾਂ। ਵੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੁਣੇ ਜੇ ਤੁਸੀਂ ਵੀ ਡਾਕਟਰ ਸਾਹਿਬ ਨੂੰ ਮਿਲ ਕੇ, ਮੈਂ ਕਹਿੰਦਾ ਵੀ ਥੋੜ੍ਹੀ ਜਿਹੀ ਜਾਣਕਾਰੀ ਸੰਗਤ ਨਾਲ ਸਾਂਝੀ, ਕੀ ਕਹਿੰਦੇ ਡਾਕਟਰ ਸਾਹਿਬ? ਡਾਕਟਰ ਸਾਹਿਬ ਕਹਿੰਦੇ ਵੀ 1-2 ਦਿਨ ਖਲੋਗੇ ਤੇ ਫਿਰ ਐਂਡੋਗ੍ਰਾਫੀ ਦੀ ਟੈਸਟ ਫਿਰ ਕਰਨਗੇ, ਤੇ ਉਸ ਤੋਂ ਬਾਅਦ ਫਿਰ ਛੁੱਟੀ ਦੇਵਾਂਗੇ। ਅੱਛਾ ਜੀ, ਹਾਂਜੀ। ਵੇਖੋ ਹੁਣ 1-2 ਦਿਨ ਲੱਗਣਗੇ ਹੋਰ ਚੱਲਦਾ ਟੈਸਟ ਚੰਗੀ ਤਰ੍ਹਾਂ ਕਰਕੇ। ਫਿਰ ਇੱਕ ਉਹ ਪੱਥਰੀ ਜੀ ਦਾ ਵੀ ਆਉਣ ਡਿਆ, ਉਹ ਵੀ ਆਂਦੇ ਸ਼ਾਮਾਂ ਨੂੰ ਸਰਜਨ ਨੇ ਆਉਣਾ, ਉਹਨੂੰ ਮਿਲ ਕੇ ਫਿਰ ਕਰਦੇ। ਠੀਕ ਹੈ ਜੀ। ਉੱਦਾਂ ਮਾਤਾ ਜੀ ਉਹਨਾਂ ਨੂੰ ਹੁਣ ਤੁਸੀਂ ਬੁਲਾਇਆ, ਠੀਕ ਨੇ ਉਹ? ਆਹੋ, ਅੱਗੇ ਨੂੰ ਠੀਕ ਫਰਕ ਆ, ਕੱਲ੍ਹ ਨਾ ਕੱਲ੍ਹ ਤਾਂ ਜ਼ਿਆਦਾ ਹੀ ਹਾਲਤ ਖਰਾਬ ਹੀ। ਸੋ ਸੰਗਤ ਜੀ, ਪਰਿਵਾਰਕ ਮੈਂਬਰਾਂ ਨੇ ਵੀ ਹੁਣੇ ਡਾਕਟਰ ਸਾਹਿਬ ਉਹਨਾਂ ਨੂੰ ਮਿਲ ਕੇ, ਕਿਉਂਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਭਾਵੇਂ ਕਿ ਇਹ ਜਿਹੜਾ ਕਾਰਜ ਇਹ ਸੰਗਤਾਂ ਵੱਲੋਂ ਹੋ ਰਿਹਾ ਹੈ, ਪਰ ਪਹਿਲ ਜਿਹੜੀ ਹੁੰਦੀ ਹੈ ਉਹ ਪਰਿਵਾਰ ਨੂੰ ਹੁੰਦੀ ਹੈ। ਸੋ ਇਸ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਸੀ। ਇਹ ਮਾਤਾ ਜੀ ਉਹਨਾਂ ਦੇ ਛੋਟੇ ਜਿਹੜੇ ਨੇ ਬੇਟੇ ਨੇ,
ਤੇ ਇਹਨਾਂ ਨੂੰ ਗਾਈਡਲਾਈਨ ਦਿੱਤੀ ਹੈ ਕਿ ਇੱਕ ਟੈਸਟ ਹੋਰ ਹੋਣਾ ਹੈ, ਉਹਦੇ ਤੋਂ ਬਾਅਦ 2 ਜਾਂ 3 ਦਿਨਾਂ ਦੇ ਵਿੱਚ ਜਿਹੜਾ ਇਹ ਕਹਿੰਦੇ ਨੇ ਕਿ ਛੁੱਟੀ ਜਿਹੜੀ ਹੈ ਕਿ ਮਾਤਾ ਜੀ ਹੁਣਾਂ ਨੂੰ ਮਿਲ ਜੇਗੀ। ਬਾਕੀ ਥੋੜ੍ਹਾ ਸਟੋਨ ਵੀ ਕਿਹਾ ਗਿਆ ਹੈ, ਉਹਦੇ ਬਾਰੇ ਵੀ ਵੀਰ ਜੀ ਹੁਣਾਂ ਨੇ ਗੱਲ ਕੀਤੀ ਹੈ ਕਿ ਸ਼ਾਮ ਨੂੰ ਸਰਜਨ ਨੇ ਆਉਣਾ ਹੈ, ਉਹਦੇ ਬਾਰੇ ਗੱਲਬਾਤ ਹੋਊਗੀ ਕਿ ਦਵਾਈ ਚੱਲਣੀ ਕਿ ਜਾਂ ਕੀ ਉਹ ਕੀ ਗਾਈਡਲਾਈਨ ਦਿੰਦੇ ਨੇ, ਉਹ ਤਾਂ ਡਾਕਟਰ ਸਾਹਿਬ ਹੁਣੀ ਹੀ ਦੱਸ ਸਕਦੇ ਨੇ। ਬਾਕੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਮਾਤਾ ਜੀ ਹੁਣਾਂ ਦੀ ਐਂਜੀਓਗ੍ਰਾਫੀ ਜਿਹੜੀ ਹੈ ਉਹ ਸਕਸੈਸਫੁਲ ਹੋ ਗਈ ਹੈ। ਮਾਤਾ ਜੀ ਹੁਣੀ ਠੀਕ ਨੇ, ਬਿਲਕੁਲ ਸੁਰਤ ਹੈ ਉਹਨਾਂ ਨੂੰ। ਸੋ ਇਸ ਕਰਕੇ ਸੰਗਤ ਜੀ ਹੁਣ ਆਪ ਜੀ ਦੇ ਵੀ ਸਾਥ ਦੀ ਹੋਰ ਲੋੜ ਹੈ, ਕਿਉਂਕਿ ਜਿੱਥੋਂ ਤੱਕ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਆਪ ਜੀ ਨੇ ਸਹਿਯੋਗ ਕੀਤਾ, ਉਹਦੇ ਲਈ ਆਪ ਸਭ ਸੰਗਤਾਂ ਦੀ ਸੰਗਤ ਏਡ ਦੀ ਪੂਰੀ ਟੀਮ ਰਿਣੀ ਹੈ, ਕਿਉਂਕਿ ਆਪ ਹਰ ਇੱਕ ਗਰੀਬ ਗੁਰਬੇ ਲੋੜਵੰਦ ਪਰਿਵਾਰ ਦਾ ਦੁੱਖ ਆਪਣਾ ਸਮਝਦੇ ਜੋ, ਤਾਂ ਹੀ ਜੋ ਵੀ ਸੰਗਤ ਏਡ ਵੱਲੋਂ ਆਪ ਜੀ ਦੀ ਝੋਲੀ ਦੇ ਵਿੱਚ ਜਿਹੜਾ ਵਾ ਮਰੀਜ਼ ਪਾਇਆ ਜਾਂਦਾ ਹੈ, ਆਪ ਉਹਦਾ ਹੌਸਲਾ ਬਣਦੇ ਜੋ, ਉਹਦਾ ਸਾਥ ਦਿੰਦੇ ਜੋ, ਤੇ ਇੱਕ ਚੰਗੀ ਜ਼ਿੰਦਗੀ ਦਿੰਦੇ ਜੋ ਉਹਨਾਂ ਨੂੰ। ਸੋ ਇਸ ਕਰਕੇ ਮਾਤਾ ਜੀ ਹੁਣੀ ਭਾਵੇਂ ਲੰਬੇਰੀ ਉਮਰ ਦੇ ਨੇ, ਪਰ ਬਜ਼ੁਰਗਾਂ ਦੀ ਲੋੜ ਤਾਂ ਸਾਡੇ ਸਿਆਣੇ ਕਹਿੰਦੇ ਹੁੰਦੇ ਨੇ ਕਿ ਸਾਰੀ ਉਮਰ ਹੀ ਹੁੰਦੀ ਏ। ਸੋ ਇਸ ਕਰਕੇ ਪਰਿਵਾਰ ਨੂੰ ਬੜੀ ਲੋੜ ਹੈ ਮਾਤਾ ਜੀ ਹੁਣਾਂ ਦੀ। ਇਸੇ ਹੀ ਕਰਕੇ ਆਪ ਸਭ ਸੰਗਤਾਂ ਦਾ ਉਹਨਾਂ ਨੇ ਤਰਲਾ ਮਾਰਿਆ ਸੀ ਕਿ ਸਾਡੀ ਮਦਦ ਕੀਤੀ ਜਾਵੇ, ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਮਾਤਾ ਜੀ ਹੁਣਾਂ ਦੀ ਐਂਜੀਓਗ੍ਰਾਫੀ ਵੀ ਜਿਹੜੀ ਹੈ ਉਹ ਬਿਲਕੁਲ ਸਹੀ ਹੋ ਗਈ ਹੈ, ਤੇ ਮਾਤਾ ਜੀ ਹੁਣੀ ਸਹੀ ਸਲਾਮਤ ਇਸ ਵਕਤ ਜਿਹੜੇ ਨੇ ਮੈਡੀਕਲ ICU ਦੇ ਵਿੱਚ ਨੇ। ਜੋ ਅਲਟਰਾਸਾਊਂਡ ਦੇ ਵਿੱਚ ਆਇਆ ਇੱਕ ਪੱਥਰੀ ਕੋਈ ਅੱਗੇ ਸਲਿੱਪ ਹੋ ਗਈ ਹੈ ਨਾਲੀ ਦੇ ਵਿੱਚ, ਉਹਦੇ ਕਰਕੇ ਹੋ ਸਕਦਾ ਦਰਦ ਵਧੀ ਹੋਵੇ, ਬਟ ਸਿੱਧਾ ਸਰਜਰੀ ਨਹੀਂ ਲੈ ਸਕਦੇ ਕਿਉਂਕਿ ਪੇਸ਼ੈਂਟ ਨੂੰ ਹਾਰਟ ਦੀ ਕਾਫੀ ਪ੍ਰੋਬਲਮ ਆ। ਸੋ ਹਾਰਟ ਵਾਲੇ ਡਾਕਟਰ ਨਾਲ ਸਲਾਹ ਕਰਦੇ ਹਾਂ, ਪਲੱਸ ਇੱਕ MRI ਇੱਕ ਸਵੇਰੇ ਇੱਕ ਸਕੈਨ ਕਰਾ ਕੇ ਦੇਖਦੇ ਹਾਂ ਵੀ ਐਗਜ਼ੈਕਟ ਜਿਹੜੀ ਅਗਲੀ ਪੱਥਰੀ ਆ ਉਹ ਕਿੰਨਾ ਕੁ ਸਾਈਜ਼ ਆ, ਉਹ ਕਿੰਨੀ ਕੁ ਰੁਕਾਵਟ ਕਰ ਰਹੀ ਹੈ, ਉਸ ਹਿਸਾਬ ਨਾਲ ਅਗਲਾ ਟਰੀਟਮੈਂਟ ਪਲਾਨ ਕਰਾਂਗੇ। ਸੋ ਅਗਲੀ ਜਿਹੜੀ ਕਾਰਵਾਈ ਹੈ, ਅਗਲਾ ਜਿਹੜਾ ਫੈਸਲਾ ਹੈ ਸੰਗਤ ਜੀ, ਅੱਗੇ ਕੀ ਫੈਸਲਾ ਲੈਂਦੇ ਨੇ ਡਾਕਟਰ ਸਾਹਿਬ, ਉਹ ਸਕੈਨ ਤੋਂ ਬਾਅਦ ਹੀ ਪਤਾ ਚੱਲੇਗਾ। ਸੋ ਸੰਗਤ ਜੀ ਅਗਲੀ ਅਪਡੇਟ ਸਕੈਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਆਪ ਸਭ ਸੰਗਤਾਂ ਦੇ ਨਾਲ ਸੰਗਤ ਏਡ ਦੀ ਟੀਮ ਵੱਲੋਂ ਸਾਂਝੀ ਕੀਤੀ ਜਾਵੇ। ਪਿਛਲੇ ਕਾਫੀ ਦਿਨਾਂ ਤੋਂ ਆਪ ਸਭ ਸੰਗਤਾਂ ਦੇ ਨਾਲ ਅਸੀਂ ਇੱਕ ਮਰੀਜ਼ ਮਾਤਾ ਜੀ ਹੁਣਾਂ ਦਾ ਰਾਬਤਾ ਬਣਾਈ ਬੈਠੇ ਸਾਂ, ਮਾਤਾ ਗੁਰਮੇਜ ਕੌਰ। ਮੈਂ ਪਿਛਲੀ ਸਾਰੀ ਵੀਡੀਓ ਵੱਲ ਇੱਕ ਵਾਰੀ ਜਿੰਨੇ ਵੀ ਹੁਣ ਤੱਕ ਮਾਤਾ ਜੀ ਇੱਥੇ ਦਿਨ ਹੋਏ, ਮੈਂ ਉਹਦੇ ਵੱਲ ਆਪ ਸਭ ਸੰਗਤਾਂ ਦਾ ਇੱਕ ਵਾਰੀ ਧਿਆਨ ਦਵਾਦਾ ਕਿ ਮਾਤਾ ਜੀ ਉਹਨਾਂ ਨੂੰ ਪਿੰਡ ਜਿਹੜਾ ਸ਼ਿੰਗਾਰਪੁਰ ਹੈ, ਤੇ ਮਾਤਾ ਜੀ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀ। ਸ਼ਹਿਰ ਤਰਨਤਾਰਨ ਵਿਖੇ ਸਿਟੀ ਹਸਪੀਟਲ ਮਾਤਾ ਜੀ ਉਹਨਾਂ ਨੂੰ ਐਮਰਜੈਂਸੀ ਐਡਮਿਟ ਕਰਵਾਇਆ ਗਿਆ ਸੀ, ਤੇ ਫਿਰ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਮਾਤਾ ਜੀ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਸੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮਾਤਾ ਜੀ ਹੁਣਾਂ ਨੂੰ ਜਨਰਲ ਵਾਰਡ ਦੇ ਵਿੱਚ ਜਿਹੜਾ ਐਡਮਿਟ ਕਰਵਾਇਆ ਗਿਆ ਸੀ, ਪਰ ਹਾਲਤ ਜਿਹੜੀ ਸੀ ਉਹ ਖਰਾਬ ਹੋਣ ਕਰਕੇ ਉਹਨਾਂ ਨੂੰ ਮੈਡੀਕਲ ICU ਦੇ ਵਿੱਚ ਕਾਫੀ ਦਿਨ ਰੱਖਿਆ, ਜਿੱਥੇ ਉਹਨਾਂ ਦੀ ਹਾਰਟ ਦੀ ਜਿਹੜੀ ਸੀ ਕਾਫੀ ਦਿਨ ਟ੍ਰੀਟਮੈਂਟ ਉਹਨਾਂ ਦਾ ਚੱਲਿਆ, ਕਿਉਂਕਿ ਵਿੱਚੋਂ ਉਹਨਾਂ ਦੀ ਜਿਹੜੀ ਧੜਕਣ ਸੀ ਉਹ ਕਾਫੀ ਜ਼ਿਆਦਾ ਤੇਜ਼ ਹੋ ਗਈ ਸੀ। ਫਿਰ ਡਾਕਟਰ ਫਰਿਆਜ਼ ਅਹਿਮਦ ਬੱਟ ਵੱਲੋਂ ਇਹਨਾਂ ਦੀ ਇੱਕ ਈਕੋ ਕੀਤੀ ਗਈ ਸੀ। ਈਕੋ ਤੋਂ ਬਾਅਦ ਇਹਨਾਂ ਨੂੰ ਥੋੜ੍ਹੀ ਜਿਹੀ ਸੰਗਤ ਜੀ ਕਿਡਨੀ ਦੀ ਵੀ ਪ੍ਰੋਬਲਮ ਆਈ ਸੀ ਪਹਿਲੇ। ਸੋ ਡਾਕਟਰ ਸਾਹਿਬ ਹੁਣਾਂ ਦੇ ਕਹਿਣ ਦੇ ਮੁਤਾਬਕ ਉਹ ਕਿਡਨੀ ਵੀ ਹੁਣ ਬਿਲਕੁਲ ਠੀਕ ਹੈ, ਕਾਫੀ ਉਹਦੇ ਵਿੱਚ ਇੰਪਰੂਵਮੈਂਟ ਆਈ ਆ। ਉਸ ਤੋਂ ਬਾਅਦ ਡਾਕਟਰ ਸਾਹਿਬ ਹੁਣਾਂ ਨੇ ਇਹ ਐਂਜੀਓਗ੍ਰਾਫੀ ਕੀਤੀ ਸੀ। ਉਸ ਦਿਨ ਵੀ ਆਪ ਸਭ ਸੰਗਤਾਂ ਦੇ ਨਾਲ ਸੰਗਤ ਏਡ ਦੀ ਟੀਮ ਵੱਲੋਂ ਸਾਂਝ ਪਾਈ ਗਈ ਸੀ, ਤੇ ਪਰ ਮਾਤਾ ਜੀ ਹੁਣਾਂ ਦੇ ਪੇਟ ਦੇ ਵਿੱਚ ਜਿਹੜੀ ਸੀ ਦਰਦ ਕਾਫੀ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਸੀ, ਤੇ ਜੋ ਕਿ ਅਲਟਰਾਸਾਊਂਡ ਦੀ ਰਿਪੋਰਟ ਮੁਤਾਬਕ ਇਹਨਾਂ ਦੇ ਪੇਟ ਦੇ ਵਿੱਚ ਸਟੋਨ ਆਏ ਸਨ। ਪਰ ਕਾਰਨ ਕੀ ਹੋਇਆ ਕਿ ਜਦੋਂ ਡਾਕਟਰ ਅਮਰਜੋਤ ਜਿਹੜੇ ਕਿ ਸਰਜਨ ਸੀ, ਜਿਸ ਦਿਨ ਮੈਂ ਆਪ ਸਭ ਸੰਗਤਾਂ ਦੀ ਸਾਂਝ ਪਵਾਈ ਸੀ ਕਿ ਡਾਕਟਰ ਸਾਹਿਬ ਕਹਿੰਦੇ ਸੀ ਕਿ ਇੱਕ ਸਕੈਨ ਮਾਤਾ ਜੀ ਦਾ ਹੋਵੇਗਾ, ਉਹਦੇ ਤੋਂ ਬਾਅਦ ਹੀ ਅਸੀਂ ਕੁਛ ਦੱਸ ਸਕਦੇ ਹਾਂ। ਸੋ ਸਕੈਨ ਤੋਂ ਬਾਅਦ ਇਹਨਾਂ ਦੇ ਸਟੋਨ ਦੇ ਬਾਰੇ ਤੇ ਚਲੋ ਕਲੀਅਰ ਹੋਈ ਗੱਲ, ਪਰ ਡਾਕਟਰ ਸਾਹਿਬ ਕਹਿੰਦੇ ਸੀ ਕਿ ਨਾਲ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਜਿਹਦੇ ਕਰਕੇ ਡਾਕਟਰ ਫਰਿਆਜ਼ ਅਹਿਮਦ ਬੱਟ ਵੱਲੋਂ ਇਹ ਡਿਕਲੇਅਰ ਕਰਨਾ ਪਊ ਕਿ ਕੀ ਇਹ ਆਪਰੇਟ ਹੋ ਸਕਦਾ ਹੈ ਮਾਤਾ ਜੀ ਹੁਣਾਂ ਦਾ, ਕਿਉਂਕਿ ਹਾਰਟ ਦੀ ਪ੍ਰੋਬਲਮ ਹੈ ਇਹਨਾਂ ਨੂੰ। ਸੋ ਡਾਕਟਰ ਸਾਹਿਬ ਹੁਣਾਂ ਨੇ ਆਪਸ ਦੇ ਵਿੱਚ ਜਿਹੜਾ ਸੀ ਰਾਬਤਾ ਕਾਇਮ ਕੀਤਾ, ਤੇ ਡਾਕਟਰ ਫਰਿਆਜ਼ ਅਹਿਮਦ ਬੱਟ ਤੇ ਡਾਕਟਰ ਅਮਰਜੋਤ ਜਿਹੜੇ ਸਰਜਨ ਸਨ, ਉਹਨਾਂ ਨੇ ਜੋ ਗਾਈਡਲਾਈਨ ਦਿੱਤੀ ਹੈ ਸੰਗਤ ਜੀ, ਉਹਨਾਂ ਦਾ ਇਹੀ ਕਹਿਣਾ ਸੀ ਕਿ ਮਾਤਾ ਜੀ ਹੁਣਾਂ ਨੂੰ ਹਾਰਟ ਦਾ ਨੁਕਸ ਹੈ, ਇਸ ਕਰਕੇ ਜੇ ਇਹ ਸਟੋਨ ਦਾ ਅਸੀਂ ਆਪਰੇਟ ਕਰਦੇ ਹਾਂ ਤਾਂ ਮਾਤਾ ਜੀ ਹੁਣਾਂ ਦੀ ਜਿਹੜੀ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ। ਸੋ ਇਸ ਕਰਕੇ ਉਸ ਚੀਜ਼ ਨੂੰ ਡਾਕਟਰ ਸਾਹਿਬ ਹੁਣਾਂ ਨੇ ਕਲੋਜ਼ ਕੀਤਾ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੁਣ ਤੱਕ ਮਾਤਾ ਜੀ ਹੁਣਾਂ ਦਾ ਟਰੀਟਮੈਂਟ, ਹੁਣ ਤੱਕ ਮਾਤਾ ਜੀ ਹੁਣਾਂ ਦਾ ਜਿਹੜਾ ਇਲਾਜ ਬਾ ਕਮਾਲ ਹੋਇਆ ਹੈ। ਮਾਤਾ ਜੀ ਹੁਣਾਂ ਦੀ ਸਿਹਤ ਅੱਗੇ ਨਾਲੋਂ ਕਾਫੀ ਤੰਦਰੁਸਤ ਹੈ,
ਤੇ ਇਸ ਕਰਕੇ ਆਪ ਸਭ ਸੰਗਤਾਂ ਦਾ ਜਿੱਥੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਧੰਨਵਾਦ ਕਰਦੀ ਏ, ਉੱਥੇ ਹੀ ਸੰਗਤ ਜੀ ਅੱਜ ਇੱਕ ਹੋਰ ਖੁਸ਼ੀ ਦੀ ਗੱਲ ਵੀ ਆਪ ਸਭ ਸੰਗਤਾਂ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਕਿ ਮਾਤਾ ਜੀ ਹੁਣੀ ਅੱਜ ਠੀਕ ਹੋ ਕੇ ਘਰੇ ਜਾ ਰਹੇ ਨੇ। ਸਤਿਗੁਰਾਂ ਦੀ ਅਸੀਂ ਪਾਵਨ ਬਾਣੀ ਦਾ ਇਹ ਬਚਨ ਪੜ੍ਹਦੇ ਹਾਂ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਉਹ ਵੇਲਾ ਉਹ ਘੜੀ ਆ ਗਈ ਜਿਹਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਕਿਉਂਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹੀ ਸੰਗਤ ਜੀ ਉੱਦਮ ਉਪਰਾਲਾ ਰਹਿੰਦਾ ਹੈ ਕਿ ਆਪ ਸਭ ਸੰਗਤਾਂ ਕਈ ਘੰਟੇ ਸ਼ਿਫਟਾਂ ਲਾ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਦੀਆਂ ਤੇ ਸੰਗਤ ਏਡ ਦੀ ਪੂਰੀ ਟੀਮ ਇਹੀ ਫਲਸਫਾ ਰਹਿੰਦਾ ਹੈ ਕਿ ਆਪ ਸਭ ਸੰਗਤਾਂ ਦਾ ਜਿਹੜਾ ਦਸਵੰਧ ਹੈ ਤਿਲ ਫੁੱਲ ਉਹ ਸਹੀ ਜਗ੍ਹਾ 'ਤੇ ਲਗਾਇਆ ਜਾਵੇ। ਹੁਣ ਤੱਕ ਜਿੰਨੇ ਵੀ ਮਰੀਜ਼ ਅਸੀਂ ਸੰਗਤ ਏਡ ਵੱਲੋਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਵਿਖੇ ਐਡਮਿਟ ਕਰਵਾਏ ਨੇ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਤੇ ਗੁਰੂ ਸਾਹਿਬ ਜੀ ਦੇ ਤਰਸ ਕਰਕੇ ਉਹਨਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ੀਏ। ਸੋ ਇੱਥੇ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਸਾਡੇ ਕੋਲ ਮੌਜੂਦ ਨੇ। ਆਓ ਆਪ ਸਭ ਸੰਗਤਾਂ ਦੀ ਇਹਨਾਂ ਦੇ ਨਾਲ ਵੀ ਸਾਂਝ ਪਾਉਂਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦਾ ਜ਼ਰੂਰ ਆਪ ਵੀ ਸੰਗਤ ਨੂੰ ਕੁਛ ਬੇਨਤੀ, ਕਿਉਂਕਿ ਇੱਕ ਸਮਾਂ ਸੀ ਜਦੋਂ ਸਿਟੀ ਹਸਪੀਟਲ ਤੋਂ ਲੈ ਕੇ ਤੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤੱਕ ਦਾ ਜਿਹੜਾ ਪੰਧ ਆ ਉਹ ਆਪਾਂ ਤੈਅ ਕੀਤਾ ਤੇ ਹੁਣ ਡਾਕਟਰ ਸਾਹਿਬ ਹੁਣਾਂ ਵੱਲੋਂ ਜਿਹੜੀ ਹੈ ਕਿ ਛੁੱਟੀ ਡਿਕਲੇਅਰ ਹੋ ਗਈ ਹੈ ਮਾਤਾ ਜੀ ਉਹਨਾਂ ਦੀ। ਸੋ ਮੈਂ ਚਾਹੁੰਦਾ ਜ਼ਰੂਰ ਆਪ ਵੀ ਸੰਗਤਾਂ ਦੇ ਨਾਲ ਕੁਛ ਬਚਨ ਸਾਂਝੇ ਕਰਨਾ ਚਾਹੁੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੀ ਸੰਗਤ ਦਾ ਜਿਨ੍ਹਾਂ ਨੇ ਸਾਡੀ ਮਾਤਾ ਜੀ ਦਾ ਇਲਾਜ ਕਰਾਇਆ, ਚਲੋ ਜੋ ਵੀ ਹੈ ਵਧੀਆ ਹੁਣ ਤੰਦਰੁਸਤ ਹੋ ਗਏ। ਅਸੀਂ ਤਾਂ ਇੰਨੇ ਜੋਗੇ ਨਹੀਂ ਪਹੁੰਚ ਸਾਡੀ ਗਰੀਬ ਪਰਿਵਾਰ 'ਚੋਂ, ਅਤੇ ਚਲੋ ਤੁਹਾਡਾ ਸਾਰਿਆਂ ਦਾ ਧੰਨਵਾਦ। ਨਿਰੰਤਰ ਜਿਹੜਾ ਸੀ ਡਾਕਟਰ ਸਾਹਿਬ ਹੁਣਾਂ ਵੱਲੋਂ ਤੇ ਨਰਸਿੰਗ ਸਟਾਫ ਨੇ ਇੰਨੀ ਕੇਅਰ ਕੀਤੀ ਮਾਤਾ ਜੀ ਹੁਣਾਂ ਦੀ ਕਿ ਮਾਤਾ ਜੀ ਹੁਣੀ ਬਿਲਕੁਲ ਠੀਕ ਨੇ। ਥੋੜ੍ਹੀ ਬਹੁਤ ਪ੍ਰੋਬਲਮ ਹਾਲੇ ਵੀ ਮਾਤਾ ਜੀ ਉਹਨਾਂ ਨੂੰ ਹੈਗੀ, ਜੋ ਡਾਕਟਰ ਸਾਹਿਬ ਹੁਣਾਂ ਦੇ ਕਹਿਣ ਦੇ ਮੁਤਾਬਕ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਹੌਲੀ ਹੌਲੀ ਜਿਵੇਂ ਜਿਵੇਂ ਦਵਾਈ ਲਗਾਤਾਰ ਇਹ ਖਾਣਗੇ ਤੇ ਬਿਲਕੁਲ ਇਹ ਠੀਕ ਹੋ ਜਾਣਗੇ। ਸੋ ਇਸ ਕਰਕੇ ਸੰਗਤ ਜੀ ਇਹ ਜਿਹੜਾ ਕਾਰਜ ਇੱਥੋਂ ਤੱਕ ਨੇਪਰੇ ਚੜ੍ਹਿਆ ਹੈ ਤੇ ਆਪ ਸਭ ਸੰਗਤਾਂ ਦੇ ਹੀ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਇਹ ਜਿਹੜਾ ਕਾਰਜ ਆਰੰਭਿਆ ਸੀ ਉਹ ਪੂਰਾ ਸਮਾਪਤ ਹੋ ਗਿਆ। ਇੱਥੇ ਭੈਣ ਜੀ ਹੁਣੀ ਵੀ ਸਾਡੇ ਕੋਲ ਨੇ। ਆਓ ਆਪ ਸਭ ਸੰਗਤਾਂ ਦੀ ਇਹਨਾਂ ਨਾਲ ਵੀ ਸਾਂਝ ਪਾਉਂਦੇ ਹਾਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮੈਂ ਚਾਹੁੰਦਾ ਜ਼ਰੂਰ ਆਪ ਵੀ ਸੰਗਤ ਨਾਲ ਕੁਛ ਬੇਨਤੀ ਜੇ ਕਰਨਾ ਚਾਹੁੰਦੇ ਹੋ ਸਾਂਝੀ ਤਾਂ ਜ਼ਰੂਰ ਕਰੋ। ਅਤੇ ਨਾਲੇ ਵੀ ਦੱਸੋ ਮਾਤਾ ਜੀ ਉਹਨਾਂ ਦੇ ਕੀ ਲੱਗਦੇ ਆਪ ਜੀ? ਭੈਣ ਜੀ ਮੈਂ ਬੇਟੀ ਹਾਂ ਮਾਤਾ ਜੀ ਦੀ। ਅੱਛਾ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਨੂੰ ਬਹੁਤ ਰਲ ਮਿਲ ਕੇ ਸਾਡੀ ਮਾਤਾ ਦੀ ਸੇਵਾ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ। ਇਹਨਾਂ ਨੇ ਆਪਣੀ ਮਾਤਾ ਸਮਝ ਕੇ, ਤੁਸੀਂ ਸਾਰਿਆਂ ਨੇ ਮਾਤਾ ਸਮਝ ਕੇ ਆਪਣੀ ਇਹਦੀ ਬਹੁਤ ਸੇਵਾ ਕੀਤੀ। ਹੁਣ ਮਾਤਾ ਜੀ ਨੂੰ ਅੱਗੇ ਨਾਲੋਂ ਕਾਫੀ ਫਰਕ ਆ, ਬਹੁਤ ਤੰਦਰੁਸਤ ਲੱਗਦੇ, ਸਾਨੂੰ ਗੱਲਾਂ ਬਾਤਾਂ ਸੋਹਣੀਆਂ ਕਰਦੇ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਦਿਨ ਤੋਂ ਮਾਤਾ ਜੀ ਹੁਣੀ ਇੱਥੇ ਐਡਮਿਟ ਨੇ, ਭਾਜੀ ਹੁਣੀ ਇਹਨਾਂ ਦੀ ਦੇਖਭਾਲ ਕਰ ਰਹੇ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਐਵੇਂ ਦਾ ਸਿਸਟਮ ਵੇਖੀਦਾ ਇੱਕ ਮਨ ਦੇ ਵਿੱਚ ਖੁਸ਼ੀ ਵੀ ਆਉਂਦੀ ਹੈ ਤੇ ਸਾਡੇ ਵਰਗੇ ਨੌਜਵਾਨਾਂ ਨੂੰ ਇਹ ਹੁੰਗਾਰਾ ਵੀ ਮਿਲਦਾ ਹੈ, ਜਿੱਥੇ ਅੱਜ ਦੀ ਪੀੜ੍ਹੀ ਜਿਹੜੀ ਰਿਸ਼ਤੇ ਨਾਤਿਆਂ ਨੂੰ ਛੱਡ ਕੇ ਸਿਰਫ ਪੈਸੇ ਮਗਰ ਹੀ ਦੌੜ ਲਗਾ ਰਹੀ ਹੈ। ਸੋ ਉਸ ਨੌਜਵਾਨੀ ਨੂੰ ਇੱਕ ਬੜਾ ਵਧੀਆ ਮੈਸੇਜ ਇਹ ਮਿਲਦਾ ਹੈ। ਆਓ ਆਪ ਸਭ ਸੰਗਤਾਂ ਦੀ ਇਹਨਾਂ ਨਾਲ ਵੀ ਸਾਂਝ ਪਾਉਣੇ। ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਮਾਤਾ ਜੀ ਦਾ? ਮਾਤਾ ਜੀ ਦਾ ਕਾਫੀ ਫਰਕ ਹੈ ਜੀ, ਬਹੁਤ ਠੀਕ ਵਧੀਆ ਆਪਣੀ ਗੱਲਾਂ ਬਾਤਾਂ ਕਰਦੀ ਆ, ਵਧੀਆ ਸਾਨੂੰ ਹੌਸਲਾ ਵਾ ਅੱਗੇ ਨੂੰ, ਵਧੀਆ ਚਿਹਰਾ ਖੁਸ਼ ਇਹਨਾਂ ਦਾ ਅਤੇ ਬੜੀ ਮਹਾਰਾਜ ਦੀ ਕਿਰਪਾ ਸਤਿਗੁਰ ਦੀ। ਅਤੇ ਮਹਾਰਾਜ ਮੇਰਾ ਵੀਰਾਂ ਨੂੰ ਵਧੀਆ ਦੁੱਗਣੀ ਚੁੱਗਣੀ ਰਾਤ ਕਰੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਰੱਖੇ ਇਹਨਾਂ ਵੀਰਾਂ 'ਤੇ ਜਿਨ੍ਹਾਂ ਨੇ ਇੰਨੀ ਸਾਡੀ ਮਦਦ ਕੀਤੀ। ਇੰਨੇ ਜੋਗੇ ਇੰਨੇ ਆ, ਬੜੀ ਵਧੀਆ ਸਾਡੇ ਮਨ ਨੂੰ ਖੁਸ਼ੀ ਹੋਈ। ਸਾਡੀ ਮਾਤਾ ਅੱਜ ਘਰ ਚੱਲੀ ਆ, ਸਾਡਾ ਮਨ ਬਹੁਤ ਵਧੀਆ ਖੁਸ਼ ਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਇਸ ਪਰਿਵਾਰ ਨੂੰ ਅੱਜ ਮਾਤਾ ਜੀ ਹੁਣੀ ਤੰਦਰੁਸਤ ਮਿਲੇ ਨੇ ਅਤੇ ਉਹ ਆਪ ਸਭ ਸੰਗਤਾਂ ਦੇ ਹੀ ਸਦਕਾ ਮਿਲੇ। ਜਿੱਥੇ ਆਪ ਸਭ ਸੰਗਤਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਦੇ, ਉੱਥੇ ਆਪ ਸਭ ਸੰਗਤਾਂ ਅਰਦਾਸਾਂ ਬੇਨਤੀਆਂ ਵੀ ਕਰਦੇ। ਅਤੇ ਇਵੇਂ ਹੀ ਇਹ ਪਰਿਵਾਰ ਵੀ ਇਹ ਸੰਗਤ ਜੀ ਆਪ ਸਭ ਆਪਾਂ ਪਰਿਵਾਰਾਂ ਵਾਲੇ ਆਪ ਸਭ ਪਰਿਵਾਰਾਂ ਦੀ ਵੀ ਸੁੱਖ ਮੰਗਦੇ ਨੇ ਕਿ ਜਿਵੇਂ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਤੰਦਰੁਸਤੀ ਆਈ, ਖੁਸ਼ੀਆਂ ਆਈਆਂ ਨੇ। ਮਹਾਰਾਜ ਜੀ ਆਪ ਸਭ ਸੰਗਤਾਂ ਦੇ ਪਰਿਵਾਰਾਂ ਦੇ ਵਿੱਚ ਵੀ ਇੱਦਾਂ ਹੀ ਖੁਸ਼ੀਆਂ ਅਤੇ ਖੇੜੇ ਬਖਸ਼ੇ। ਆਪ ਸਭ ਸੰਗਤਾਂ ਦੇਖ ਹੀ ਰਹੇ ਕਿ ਮਾਤਾ ਜੀ ਹੁਣੀ ਬਿਲਕੁਲ ਠੀਕ ਤੇ ਇਸ ਵਕਤ ਬੈੱਡ 'ਤੇ ਬੈਠੇ ਨੇ। ਆਓ ਆਪ ਸਭ ਸੰਗਤਾਂ ਦੀ ਮਾਤਾ ਜੀ ਹੁਣਾਂ ਦੇ ਨਾਲ ਵੀ ਸਾਂਝ ਪਵਾਈਏ। ਮਾਤਾ ਜੀ ਕੀ ਹਾਲ ਹੈ ਹੁਣ? ਠੀਕ ਹੈ ਪੁੱਤ, ਹਾਲ ਹੁਣ ਮੇਰਾ ਅੱਛਾ ਜੀ। ਠੀਕ ਹੈ। ਹੁਣ ਮੈਂ ਘਰ ਜਾਣਾ ਚਾਹੁੰਦੀ ਹਾਂ। ਤੇ ਅੱਛਾ ਜੀ।
ਠੀਕ ਹੈ। ਹੁਣ ਨਹੀਂ ਪਿਆ ਜਾਂਦਾ। ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ, ਕਿਉਂਕਿ ਲੰਬੇ ਸਮੇਂ ਤੋਂ ਸੰਗਤਾਂ ਤੁਹਾਡਾ ਸਹਿਯੋਗ ਕੰਢਿਆ, ਅੱਜ ਸੰਗਤਾਂ ਕਰਕੇ ਤੁਹਾਡਾ ਇਲਾਜ ਵੀ ਹੋ ਗਿਆ, ਠੀਕ ਹੋ ਗਿਆ, ਸੰਗਤਾਂ ਨੂੰ ਕੁਝ ਬੇਨਤੀ ਕਰਨਾ ਚਾਹੁੰਦੇ? ਬਹੁਤ ਹੀ ਵੱਡੀ ਉਮਰ ਕਰੇ ਤੁਹਾਡੀ, ਬਹੁਤਾ ਹੀ ਦੇਵੇ ਤੁਹਾਨੂੰ ਮਹਾਰਾਜ, ਲੰਮੀਆਂ ਉਮਰਾਂ ਕਰੇ। ਸੰਗਤ ਦੀਆਂ ਸਾਰੇ ਧੀਆਂ ਪੁੱਤ ਮੇਰਾ ਹੀ ਆ, ਜਿਹੜੇ ਮੇਰੇ ਪਤਾ ਲੈਂਦੇ ਰਹੇ, ਜਿਨ੍ਹਾਂ ਨੇ ਮੈਨੂੰ ਸਾਂਭਿਆ, ਜਿਨ੍ਹਾਂ ਮੇਰੀ ਸੇਵਾ ਕੀਤੀ। ਮਹਾਰਾਜ ਤੁਹਾਨੂੰ ਇੰਨਾ ਦੇਵੇ ਜਿੰਨਾ ਸਾਂਭਿਆ ਨਾ ਜਾਵੇ। ਵਾਹਿਗੁਰੂ ਕਿਰਪਾ ਰੱਖੇ। ਸੋ ਸੰਗਤ ਜੀ, ਮਾਤਾ ਜੀ ਉਹਨਾਂ ਨੇ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਈ, ਉੱਤੋਂ ਅਸੀਸਾਂ ਵੀ ਦਿੱਤੀਆਂ ਨੇ ਕਿ ਮੇਰਾ ਸਾਰਾ ਪਰਿਵਾਰ ਹੈ। ਅਤੇ ਵੈਸੇ ਤਾਂ ਅਸੀਂ ਸਾਰੇ ਹੀ ਇੱਕ ਪਰਿਵਾਰਕ ਮੈਂਬਰ ਹੀ ਹਾਂ, ਕਿਉਂਕਿ ਗੁਰੂ ਘਰ ਦੇ ਵਿੱਚ ਤਾਂ ਸਿਰਫ ਕਿਸੇ ਚੀਜ਼ ਦਾ, ਗੁਰੂ ਘਰ ਦੇ ਵਿੱਚ ਤਾਂ ਕਿਸੇ ਚੀਜ਼ ਦਾ ਕੋਈ ਫਰਕ ਹੀ ਨਹੀਂ ਰੱਖਿਆ, ਨਾ ਜਾਤ ਦਾ, ਨਾ ਪਾਤ ਦਾ, ਨਾ ਨਸਲ ਦਾ, ਨਾ ਰੂਪ ਦਾ, ਨਾ ਰੰਗ ਦਾ, ਨਾ ਪੈਸੇ ਦਾ, ਨਾ ਧੇਲੇ ਦਾ। ਸਿਰਫ ਇੱਕੋ ਹੀ ਚੀਜ਼ ਮੇਰੇ ਗੁਰੂ ਨੇ ਜਿਹੜੀ ਗੱਲ ਕਹੀ ਹੈ ਉਹ ਇਹੀ ਕਹੀ, ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਕਿ ਸਾਨੂੰ ਸਾਂਝ ਗੁਣਾ ਦੇ ਨਾਲ ਕਰਨੀ ਚਾਹੀਦੀ ਹੈ। ਸੋ ਇਸੇ ਹੀ ਕਰਕੇ ਆਪ ਵਾਹਿਗੁਰੂ ਜੀ ਦੇ ਉਸ ਗੁਣ ਨੂੰ ਹੀ ਆਪਣੇ ਜੀਵਨ ਦੇ ਵਿੱਚ ਸੰਗਤ ਜੀ ਅਪਲਾਈ ਕਰੀ ਬੈਠੇ ਜੋ, ਕਿ ਹਰ ਦੀਨ ਦੁਖੀ ਦਾ ਜਿਹੜਾ ਦਰਦ ਹੈ ਉਹ ਆਪ ਮਹਿਸੂਸ ਕਰਕੇ ਅਤੇ ਉਹਦੀ ਮਦਦ ਕਰਦੇ ਜੋ। ਅਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਆਪ ਸਭ ਸੰਗਤਾਂ ਦਾ ਧੰਨਵਾਦ ਕਰਦੀ ਹੈ, ਜੋ ਆਪ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇੰਨਾ ਸਹਿਯੋਗ ਕਰਦੇ ਜੋ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।